ਹੈਲੋ एवरीवन ਵੈਲਕਮ ਟੂ ਸਲੀਪੀ ਕਲਾਸਿਸ। ਤਾਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਣੇ PCS ਦੀ ਨੋਟੀਫਿਕੇਸ਼ਨ ਆ ਚੁੱਕੀ ਹੈ ਤੇ ਟੈਂਟੇਟਿਵ ਡੇਟ ਜਿਹੜੀ ਰੱਖੀ ਗਈ ਹੈ ਆਪਣੇ PCS ਦੇ ਪ੍ਰੀਲਿਮਸ ਐਗਜ਼ਾਮ ਦੀ ਉਹ ਅਰਾਊਂਡ ਫਰਵਰੀ ਰੱਖੀ ਗਈ ਹੈ ਤੇ ਸਾਡੇ ਅੰਦਾਜ਼ੇ ਦੇ ਹਿਸਾਬ ਨਾਲ ਜਿਹੜਾ ਪੇਪਰ ਹੈ ਆਪਣੇ ਜਾਂ ਤਾਂ ਫਰਵਰੀ ਦੇ ਲਾਸਟ ਵੀਕ ਜਾਂ ਮਾਰਚ ਦੇ ਫਸਟ ਵੀਕ ਜਾਂ ਅੱਧ ਤੱਕ ਹੋ ਜਾਣਾ ਚਾਹੀਦਾ। ਤੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਅੱਜ ਤੋਂ ਲੈ ਕੇ ਆਪਣੇ ਕੋਲ ਅਪਰੋਕਸ 70 ਤੋਂ 80 ਦਿਨ ਹੈਗੇ ਨੇ ਪੂਰੀ ਤਿਆਰੀ ਕਰਨ ਨੂੰ। ਤੇ ਐਸ ਸੱਚ ਜੇ ਤੁਸੀਂ ਪਹਿਲੀ IAS ਵਗੈਰਾ ਦੀ ਤਿਆਰੀ ਕਰ ਰਹੇ ਹੋ ਤੇ ਜੇ ਤੁਸੀਂ PCS ਸਪੈਸੀਫਿਕ PCS ਦੀ ਵੀ ਤਿਆਰੀ ਕਰਦੇ ਹੋ ਤੇ ਜਿਵੇਂ ਇਹਦਾ ਪੇਪਰ ਬਹੁਤ ਪਹਿਲੇ 1 ਸਾਲ ਦੇ ਅਰਾਊਂਡ ਤੋਂ ਨਿਕਲਿਆ ਹੋਇਆ ਤਾਂ ਐਸ ਤੁਹਾਡੀ ਤਿਆਰੀ ਤਾਂ ਆਲਮੋਸਟ ਕੁਛ ਨਾ ਕੁਛ ਹੱਦ ਤੱਕ ਤਾਂ ਹੋ ਹੀ ਗਈ ਹੋਊਗੀ। ਪਰ ਜੇ ਹੁਣ ਵੀ ਤੁਸੀਂ ਨਵੇਂ ਸਿਰੋਂ ਤਿਆਰੀ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਵੀ ਕਾਫੀ ਪੂਰਾ ਟਾਈਮ ਹੈ ਜੇ ਤੁਸੀਂ ਹਲੇ ਵੀ ਤਿਆਰੀ ਕਰਨਾ ਚਾਹੋ। ਤਾਂ ਇਹਦੇ ਵਾਸਤੇ ਅਸੀਂ ਪੂਰੀ ਸਪੈਸੀਫਿਕ ਤਿਆਰੀ ਵਾਸਤੇ ਇੱਕ ਆਪਣੀ ਸਟ੍ਰੈਟਜੀ ਤਿਆਰ ਕੀਤੀ ਹੈ। ਸਾਰੇ ਪ੍ਰੀਵੀਅਸ ਈਅਰ ਪੇਪਰਾਂ ਨੂੰ ਐਨਾਲਾਈਜ਼ ਕਰਕੇ ਕਿ ਕਿਹੜੇ ਸਬਜੈਕਟ 'ਚੋਂ ਕੀ ਆਉਂਦਾ, ਕਿੰਨਾ ਕਰਨਾ ਚਾਹੀਦਾ, ਕਿਤੇ ਵੱਧ ਫੋਕਸ ਕਰਨਾ ਚਾਹੀਦਾ, ਕਿਤੇ ਘੱਟ ਕਰਨਾ, ਉਹ ਆਪਾਂ ਪੂਰਾ ਧਿਆਨ ਨਾਲ ਦੇਖ ਕੇ ਪੂਰੀ ਤੁਹਾਡੇ ਵਾਸਤੇ ਸਟ੍ਰੈਟਜੀ ਬਣਾਈ ਹੈ ਤਾਂ ਕਿ ਤੁਸੀਂ ਅਗਲੇ 70 ਤੋਂ 80 ਦਿਨਾਂ ਦੇ ਵਿੱਚ ਚੱਜ ਨਾਲ ਪੂਰੀ ਤਿਆਰੀ ਕਰ ਸਕੋ। ਜੇ ਤੁਸੀਂ ਇਸ ਪੂਰੀ ਸਟ੍ਰੈਟਜੀ ਨੂੰ ਫੋਲੋ ਕਰਦੇ ਹੋ ਤਾਂ ਐਸ ਸੱਚ ਐਟ ਦਾ ਐਂਡ ਆਫ 60 to 70 ਡੇਜ਼ ਤੁਹਾਡੀ ਇੱਕ ਵਾਰ ਤਾਂ ਪੂਰੀ ਤਿਆਰੀ ਹੋ ਜਾਊਗੀ। ਐਸ ਸੱਚ ਤੁਸੀਂ ਪੂਰਾ ਸਿਲੇਬਸ ਨੂੰ ਗੋ ਥਰੂ ਹੋ ਜਾਓਗੇ ਅਤੇ ਉਹਦੇ ਨਾਲ ਨਾਲ ਤੁਹਾਡੇ ਕੌਨਫੀਡੈਂਸ ਵੀ ਆ ਜਾਊਗਾ ਕਿ ਮੈਨੂੰ ਕਿੰਨਾ ਕੁ ਆਉਂਦਾ ਅਤੇ ਕਿੰਨਾ ਨਹੀਂ। ਤਾਂ ਉਹ ਆਪਾਂ ਸਟ੍ਰੈਟਜੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਆਪਾਂ ਸਿਲੇਬਸ ਦੇਖਾਂਗੇ। ਇਹ ਜਿਹੜੀ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਇਹ ਸਿਰਫ ਪ੍ਰੀਲਿਮ ਸਪੈਸੀਫਿਕ ਹੈ। ਜਦੋਂ ਪ੍ਰੀਲਿਮਸ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਮੇਨਸ ਦੀ ਵੀ ਸਟ੍ਰੈਟਜੀ ਲੈ ਕੇ ਆਵਾਂਗੇ। ਤੇ ਜੇ ਆਪਾਂ ਪ੍ਰੀਲਿਮਸ ਦੀ ਗੱਲ ਕਰੀਏ ਤੇ ਸਭ ਤੋਂ ਪਹਿਲੇ ਆਪਾਂ ਗੱਲ ਕਰਾਂਗੇ ਸਿਲੇਬਸ ਦੀ। ਦੇਖੋ IAS ਦਾ ਸਿਲੇਬਸ ਕੀਵਰਡ ਦਿੱਤੇ ਹੋਏ ਨੇ ਕਿ ਆਹ ਚੀਜ਼ ਜਿਵੇਂ ਡਿਫੈਂਸ ਮਾਡਰਨਾਈਜੇਸ਼ਨ ਤੇ ਹੋਰ ਵੀ ਕੋਈ ਵੀ ਆਪਾਂ ਟੌਪਿਕ ਲਾ ਲਈਏ ਤਾਂ ਉਹਦੇ ਸਿਰਫ ਕੀਵਰਡਸ ਨੇ, ਉਹਦੇ ਵਿੱਚੋਂ ਕਿੱਥੋਂ ਵੀ ਕੁਐਸਚਨ ਆ ਜਾਂਦਾ। ਪਰ ਜੇ ਆਪਾਂ PCS ਦੀ ਗੱਲ ਕਰੀਏ ਤਾਂ ਸਭ ਤੋਂ ਵਧੀਆ ਇੱਕ ਇਹ ਗੱਲ ਹੈ ਕਿ ਇਹਦਾ ਸਿਲੇਬਸ ਹੈ ਉਹ ਡਿਫਾਈਨਡ ਹੈ। ਜੋ ਤੁਹਾਨੂੰ ਦਿੱਤਾ ਹੋਇਆ ਕੁਐਸਚਨ ਉਹਦੇ 'ਚੋਂ ਹੀ ਆਉਣਾ, ਇਹ ਨਹੀਂ ਹੈਗਾ ਕਿ ਕੁਐਸਚਨ ਬਾਹਰੋਂ ਆ ਜਾਊਗਾ। ਤਾਂ ਇੱਕ ਸਭ ਤੋਂ ਵਧੀਆ ਤਰੀਕਾ ਹੈ PCS ਨੂੰ ਤਿਆਰ ਕਰਨ ਦਾ ਕਿ ਤੁਸੀਂ ਸਿਲੇਬਸ ਸਾਹਮਣੇ ਰੱਖਣਾ ਹੈ ਅਤੇ ਉਹਦੇ ਹਿਸਾਬ ਨਾਲ ਹੀ ਤਿਆਰੀ ਕਰਨੀ ਹੈ। ਜੇ ਆਪਾਂ GS ਦੀ ਗੱਲ ਕਰੀਏ ਤਾਂ ਉਹਦੇ 'ਚ 9 ਸੈਕਸ਼ਨ ਹੈਗੇ ਨੇ, ਉਹਦੇ ਹਿਸਾਬ ਨਾਲ ਹੀ ਆਪਾਂ ਤਿਆਰੀ ਕਰਨੀ ਹੈ ਕਿ ਉਹ 9 ਸੈਕਸ਼ਨਾਂ ਦੇ ਅੰਦਰ ਆਪਾਂ ਨੂੰ ਕੀ ਕੀ ਦਿੱਤਾ ਹੋਇਆ। CSAT ਵੀ ਡਿਫਾਈਨ ਹੈ, 5 ਤੋਂ 6 ਪਾਰਟ 'ਚ ਉਹ ਵੰਡਿਆ ਹੋਇਆ। ਜੇ ਉੱਧਰ ਹੀ ਜੇ IAS ਦੀ ਗੱਲ ਕਰੀਏ ਤਾਂ ਸਿਲੇਬਸ ਉਹਦਾ ਕਲੀਅਰਲੀ ਡਿਫਾਈਨਡ ਨਹੀਂ ਹੈਗਾ। ਐਸ ਸੱਚ ਬਰੋਡਰ ਗਾਈਡਲਾਈਨਸ ਦਿੱਤੀਆਂ ਹੋਈਆਂ ਨੇ ਜਿਹਦੇ 'ਚੋਂ ਅੱਗੇ ਪਿੱਛੋਂ ਕੁਛ ਵੀ ਆ ਜਾਂਦਾ। ਤਾਂ ਆਪਣਾ ਸਭ ਤੋਂ ਪਹਿਲਾ ਜਿਹੜਾ ਇੰਪੋਰਟੈਂਟ ਕੰਮ ਹੈ ਉਹ ਇਹ ਹੈ ਕਿ ਆਪਾਂ ਸਿਲੇਬਸ ਦੇ ਹਿਸਾਬ ਨਾਲ ਹੀ ਤਿਆਰੀ ਕਰਾਂਗੇ। ਜਿਹੜਾ ਟੌਪਿਕ ਸਿਲੇਬਸ 'ਚ ਕਲੀਅਰਲੀ ਡਿਫਾਈਨਡ ਨੇ ਉਹ ਆਪਾਂ ਨੂੰ ਰਟੇ ਹੋਣੇ ਚਾਹੀਦੇ ਨੇ। ਅੱਗੇ ਜਾ ਕੇ ਜਿਵੇਂ ਤੁਸੀਂ ਦੇਖੋਗੇ, ਜੇ ਤੁਸੀਂ ਪ੍ਰੀਵੀਅਸ ਈਅਰ ਪੇਪਰ ਦੇਖੋਗੇ ਤਾਂ ਸਿੱਧਾ ਬੇਸਿਕ ਫੈਕਟ ਆਉਂਦੇ ਨੇ। ਜਿਵੇਂ ਪਿਛਲੀ ਵਾਰ 2018 ਦੇ ਪ੍ਰੀਲਿਮਸ ਸਾਇੰਸ ਦਾ ਕੁਐਸਚਨ ਸੀਗਾ ਕਿ ਆਹ ਕਿਹੜੇ ਥਿਊਰਮ ਦੇ ਹਿਸਾਬ ਨਾਲ ਜਦ ਆਪਾਂ ਫੋਰਸ ਲਾਉਂਦੇ ਹਾਂ ਤਾਂ ਉਹ ਐਕਸਪੈਂਡ ਕਰ ਜਾਂਦੀ ਹੈ ਚੀਜ਼, ਇਹੋ ਜਿਹਾ ਇੱਕ ਕੁਐਸਚਨ ਸੀਗਾ। ਤਾਂ ਜੇ ਤੁਸੀਂ ਬੇਸਿਕ ਸਾਇੰਸ ਪੜ੍ਹੀ ਹੋਈ ਹੈ 9ਵੀਂ 10ਵੀਂ ਦੀ ਤਾਂ ਉਹ ਤੁਹਾਡੇ ਵਾਸਤੇ ਚੁਟਕੀਆਂ ਵਾਲਾ ਕੰਮ ਸੀਗਾ। ਪਰ ਉਹੀ ਚੀਜ਼ ਜੇ ਤੁਸੀਂ ਨਹੀਂ ਪੜ੍ਹੀ ਹੋਈ ਤਾਂ ਤੁਸੀਂ ਜ਼ੋਰ ਲਾ ਲਓ ਜਿੰਨਾ ਮਰਜ਼ੀ, ਤੁਸੀਂ ਉੱਥੇ ਗਲਤ ਕਰਕੇ ਆਓਗੇ ਉਹ ਕੁਐਸਚਨ। ਹਰੇਕ ਸਾਲ ਆਪਾਂ ਦੇਖਦੇ ਹਾਂ ਕਿ ਐਸੇ ਸਿੱਧੇ ਕੁਐਸਚਨ ਆਉਂਦੇ ਨੇ ਸਾਇੰਸ ਦੇ ਅਤੇ ਬੱਚਿਆਂ ਨੂੰ ਉਹੀ ਨਹੀਂ ਆਉਂਦੇ ਹੁੰਦੇ ਕਿਉਂਕਿ ਉਹ ਬਾਕੀ ਦਾ ਸਾਰਾ ਕੁਛ ਤਿਆਰ ਕਰ ਜਾਂਦੇ ਨੇ। ਪਰ ਜਿਹੜੀ ਲੋੜਵੰਦ ਚੀਜ਼ਾਂ ਨੇ ਜਿਹੜੇ ਸਿਲੇਬਸ 'ਚ ਕਲੀਅਰਲੀ ਡਿਫਾਈਨਡ ਨੇ ਉਹ ਛੱਡ ਜਾਂਦੇ ਨੇ। ਤਾਂ ਆਪਣਾ ਸਭ ਤੋਂ ਪਹਿਲਾਂ ਜਿਹੜਾ ਅੱਜ ਤੁਸੀਂ ਇਹੀ ਕੰਮ ਕਰਨਾ ਕਿ ਜਿਹੜਾ ਤੁਸੀਂ ਸਿਲੇਬਸ ਹੈ ਆਪਣਾ PCS ਦਾ ਉਹ ਕਢਾ ਕੇ ਪ੍ਰਿੰਟ ਆਊਟ ਕਢਾ ਕੇ ਤੁਸੀਂ ਸਾਹਮਣੇ ਲਾ ਲੈਣਾ ਅਤੇ ਤਿਆਰੀ ਉਹਦੇ ਹਿਸਾਬ ਨਾਲ ਆਪਾਂ ਸ਼ੁਰੂ ਕਰਨੀ ਹੈ ਸਿਲੇਬਸ ਦੇ ਹਿਸਾਬ ਨਾਲ। ਤਾਂ ਇੱਕ ਜਿਹੜੀ ਮੇਨ ਗੱਲ ਹੈ PCS ਦੀ ਉਹ ਇਹ ਹੈ ਕਿ ਇਹਦੇ 'ਚ ਬੇਸਿਕ ਪੁੱਛੇ ਜਾਂਦੇ ਨੇ। ਤੁਸੀਂ ਬਹੁਤਾ ਉੱਪਰਲੀਆਂ ਗੱਲਾਂ 'ਤੇ ਨਹੀਂ ਜਾਣਾ, ਪਹਿਲੇ ਬੇਸਿਕ ਤਿਆਰ ਕਰਦੇ ਨੇ PCS ਵਾਸਤੇ। NCERT ਹੋਲੀ ਗ੍ਰੇਲ ਹੈ PCS ਵਾਸਤੇ। ਜੇ ਤੁਹਾਨੂੰ NCERTੀਆਂ ਆਉਂਦੀਆਂ ਨੇ ਤਾਂ ਤੁਸੀਂ ਆਪਣੇ ਦਾਅਵੇਦਾਰੀ ਹੋਰ ਮਜ਼ਬੂਤ ਕਰ ਦੋਗੇ PCS ਪ੍ਰੀਲਿਮਸ ਵਾਸਤੇ, ਉਹਨੂੰ ਕਲੀਅਰ ਕਰਨ ਵਾਸਤੇ। ਅਤੇ ਜੇ NCERTੀਆਂ ਨਹੀਂ ਆਉਂਦੀਆਂ ਤਾਂ ਬਹੁਤ ਔਖਾ ਆਪਣਾ। ਲੀਵ ਓਨਲੀ ਵਾਟ ਇਜ਼ ਨਾਟ ਦੇਅਰ ਇਨ ਦਾ ਸਿਲੇਬਸ। ਜਿਹੜੀ ਚੀਜ਼ ਸਿਲੇਬਸ 'ਚ ਨਹੀਂ ਹੈ ਉਹੀ ਤੁਸੀਂ ਛੱਡ ਸਕਦੇ ਹੋ, ਪਰ ਜਿਹੜੀ ਚੀਜ਼ ਸਿਲੇਬਸ 'ਚ ਲਿਖਤੀ ਉਹ ਤੁਸੀਂ ਕਰਨੀ ਹੈ। ਹੁਣ ਤੁਸੀਂ ਜਿਵੇਂ ਦੇਖ ਰਹੇ ਹੋ ਇਹ ਹੈਂਡ ਰਿਟਨ ਸਾਰੀ ਸਟ੍ਰੈਟੇਜੀ ਹੈ ਕਿਉਂਕਿ ਸਾਨੂੰ ਐਂ ਸੀਗਾ ਕਿ ਬੱਚਿਆਂ ਤੋਂ ਜਲਦੀ ਜਿੰਨਾ ਪਹੁੰਚਾ ਸਕੀਏ ਆਹ ਸਟ੍ਰੈਟੇਜੀ ਪਹੁੰਚਾ ਦਈਏ ਤਾਂ ਕਿ ਬੱਚਾ ਆਪਣੀ ਤਿਆਰੀ ਜਲਦੀ ਤੋਂ ਪਹਿਲਾਂ ਸ਼ੁਰੂ ਕਰ ਦੇਵੇ। ਐਸ 'ਚ ਤਾਂ ਇਹ ਹੀ ਕਾਰਨ ਸੀ ਕਿ ਅਸੀਂ ਇਹਨੂੰ ਸਟਰਕਚਰ ਜਾਂ ਫਿਰ ਜਿਵੇਂ ਟਾਈਪਿੰਗ ਫਾਰਮ ਦੇ ਵਿੱਚ ਤੁਹਾਨੂੰ ਨਹੀਂ ਪੇਸ਼ ਕਰ ਰਹੇ।
ਹੁਣ ਇਹ ਹੈਗਾ ਲਾਸਟ ਈਅਰ ਦਾ ਬ੍ਰੇਕਡਾਊਨ। ਆਪਾਂ ਇਹ ਹਾਲੇ ਉਹਦੀ ਗੱਲ ਕਰ ਰਹੇ ਹਾਂ, ਜਨਰਲ ਸਟੱਡੀਜ਼ ਦੇ ਪੇਪਰ ਦੀ। ਜੇ ਆਪਾਂ ਉਹਦੀ ਗੱਲ ਕਰੀਏ ਜਨਰਲ ਸਟੱਡੀਜ਼ ਦੇ ਪੇਪਰ ਦੀ, ਤਾਂ ਇਹਦੇ 'ਚ ਹਰੇਕ ਪੋਰਸ਼ਨ 'ਚੋਂ ਕੋਈ ਵੀ ਪੋਰਸ਼ਨ ਇਹੋ ਜਿਹਾ ਨਹੀਂ ਹੈਗਾ ਜਿਸ 'ਚੋਂ ਕੁਐਸਚਨ ਨਹੀਂ ਆਏ। ਹਰੇਕ ਪੋਰਸ਼ਨ 'ਚੋਂ ਆਲਮੋਸਟ ਇਕੁਅਲ ਕੁਐਸਚਨ ਆਏ ਨੇ। ਸਭ ਤੋਂ ਜ਼ਿਆਦਾ ਕੁਐਸਚਨ ਆਏ ਨੇ ਸਾਇੰਸ 'ਚੋਂ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਬੱਚਾ ਸਾਰਾ ਤਿਆਰ ਕਰ ਜਾਂਦਾ PCS ਵਾਸਤੇ, ਇਕੋਨਮੀ ਤਿਆਰ ਕਰ ਲੂਗਾ, ਪੋਲਿਟੀ ਤਿਆਰ ਕਰ ਲੂਗਾ, ਹਿਸਟਰੀ ਤਿਆਰ ਕਰ ਲੂਗਾ, ਸਾਇੰਸ ਛੱਡ ਜਾਂਦਾ, ਅਤੇ ਉੱਥੇ ਹੀ ਬੱਚੇ ਨੂੰ ਮਾਰ ਪੈ ਜਾਂਦੀ ਹੈ। ਜੇ ਤੁਸੀਂ ਸਾਇੰਸ ਤਿਆਰ ਕਰਦੇ ਹੋ ਤਾਂ ਐਸ ਸੱਚ ਤੁਸੀਂ ਪਹਿਲੀ ਆਪਣੇ 15 ਤੋਂ 17 ਕੁਐਸਚਨਾਂ 'ਤੇ ਦਾਅਵੇਦਾਰੀ ਪੇਸ਼ ਕਰ ਰਹੇ ਹੋ ਕਿ ਇਹ ਚੀਜ਼ ਮੈਨੂੰ ਆਉਂਦੀ ਹੈ, ਅਤੇ ਇਹ ਸਾਇੰਸ ਐਸ ਸੱਚ ਬਹੁਤ ਹੀ ਸਿੰਪਲ ਕੁਐਸਚਨ ਆਉਂਦੇ ਨੇ। ਜੇ ਤੁਸੀਂ ਇਹ ਤਿਆਰ ਕਰ ਲਿਆ ਤਾਂ ਤੁਹਾਡੇ ਪ੍ਰੋਬੇਬਿਲਿਟੀ ਜਿਹੜੀ ਹੈ ਆਹ ਪੇਪਰ ਕਲੀਅਰ ਕਰਨ ਦੀ ਕਾਫੀ ਵੱਧ ਜਾਊਗੀ। ਐਨਵਾਇਰਨਮੈਂਟ ਅਤੇ ਜੋਗ੍ਰਾਫੀ 'ਚੋਂ ਆਏ 13 ਕੁਐਸਚਨ, ਇਹਦੇ ਵਾਸਤੇ ਵੀ ਆਪਾਂ NCERTੀਆਂ ਕਰਾਂਗੇ। ਇਕੋਨਮੀ 'ਚੋਂ ਆਏ 12, ਪੋਲਿਟੀ ਦੇ ਆਏ 11, ਇੰਡੀਅਨ ਹਿਸਟਰੀ ਅਤੇ ਕਲਚਰ ਵਾਸਤੇ 12, ਵਰਲਡ ਹਿਸਟਰੀ 8। ਵਰਲਡ ਹਿਸਟਰੀ ਕਾਫੀ ਇੰਪੋਰਟੈਂਟ ਟੌਪਿਕ ਹੈ ਆਪਣੇ PCS ਪ੍ਰੀਲਿਮਸ ਦਾ। ਜਿਵੇਂ ਆਪਾਂ IAS 'ਚ ਦੇਖਦੇ ਹਾਂ, ਉਹ 'ਚ ਪ੍ਰੀਲਿਮਸ 'ਚ ਵਰਲਡ ਹਿਸਟਰੀ ਨਹੀਂ ਪੁੱਛੀ ਜਾਂਦੀ, ਪਰ PCS 'ਚ ਖਾਸ ਤੌਰ 'ਤੇ ਵਰਲਡ ਹਿਸਟਰੀ ਪੁੱਛੀ ਜਾਂਦੀ ਹੈ। ਅਤੇ ਪਿਛਲੀ ਵਾਰ ਤਾਂ ਇੱਕ ਜਿਹੜਾ ਆਪਰੇਸ਼ਨ ਬਾਰਬੋਸਾ ਆਇਆ ਸੀ, ਉਹ ਪਿਛਲੇ ਈਅਰ ਦੇ ਕੁਐਸਚਨ 'ਚੋਂ, ਇਸ ਪਿਛਲੇ ਪੇਪਰ 'ਚੋਂ ਸੇਮ ਰਿਪੀਟਡ ਕੁਐਸਚਨ ਸੀਗਾ। ਤਾਂ ਵਰਲਡ ਹਿਸਟਰੀ ਆਪਾਂ ਬਹੁਤ ਚੱਜ ਨਾਲ ਤਿਆਰ ਕਰਕੇ ਜਾਣੀ ਹੈ। ਕਰੰਟ 'ਚੋਂ ਆਏ ਸੀਗੇ 14 ਕੁਐਸਚਨ, ਅਤੇ ਪੰਜਾਬ ਸਪੈਸੀਫਿਕ 'ਚੋਂ ਆਏ ਸੀਗੇ 9 ਕੁਐਸਚਨ। ਤਾਂ ਤੁਸੀਂ ਦੇਖ ਸਕਦੇ ਹੋ ਇਹ 8 ਟੌਪਿਕ ਨੇ ਜਿਹੜੇ ਤੁਹਾਡੇ ਸਾਹਮਣੇ ਨੇ, ਅਤੇ ਆਲਮੋਸਟ ਸਾਰਿਆਂ 'ਚੋਂ ਘੱਟੋ ਘੱਟ 8-9 ਕੁਐਸਚਨ ਤਾਂ ਆਏ ਹੀ ਨੇ, ਅਤੇ ਸਾਇੰਸ 'ਚੋਂ ਤਾਂ ਸਾਰਾ ਕੁਐਸਚਨ ਹੀ ਆ ਗਏ। ਤਾਂ ਇਹ ਤੁਹਾਡਾ ਫਰਜ਼ ਹੈ ਕਿ ਤੁਸੀਂ ਹਰੇਕ ਦੀ ਬਰਾਬਰ ਤਿਆਰੀ ਕਰਨੀ ਹੈ, ਅਤੇ ਕਿਸੇ ਵੀ ਟੌਪਿਕ ਨੂੰ ਐਸਾ ਛੱਡਣਾ ਨਹੀਂ ਹੈਗਾ। ਤਾਂ ਹੁਣ ਜਿਹੜੀ ਗੱਲ ਅਸੀਂ ਪੇਪਰ 'ਚ ਦੇਖੀ ਕਿ ਇਸ ਪੇਪਰ ਵਾਸਤੇ ਤੁਸੀਂ ਈਜ਼ੀ ਫੈਕਟ ਬੇਸਡ ਕੁਐਸਚਨ ਵੀ ਪੱਕਾ ਤਿਆਰ ਕਰਨੇ ਨੇ। ਬੱਚਾ ਕੀ ਕਰਦਾ ਕਿ ਉੱਪਰਲੀਆਂ ਗੱਲਾਂ ਵੱਲ ਧਿਆਨ ਦੇਈ ਜਾਂਦਾ, ਅਤੇ ਜਿਹੜੇ ਫੈਕਟ ਬੇਸਡ ਕੁਐਸਚਨ ਹੁੰਦੇ ਉਹ ਛੱਡ ਦਿੰਦਾ। ਇਹ 'ਚ ਮੰਨ ਲਓ ਜਿਹੜਾ ਤਾਂ ਬਹੁਤ ਹੀ ਐਕਸਟਰੀਮ ਐਂਡ ਤੋਂ ਕੋਈ ਕੁਐਸਚਨ ਆ ਜਾਵੇ, ਜਿਵੇਂ PCS ਪ੍ਰੀਲਿਮਸ 'ਚ ਆਉਂਦੇ ਵੀ ਨੇ ਕਿ ਪਿਛਲੀ ਵਾਰ ਪੁੱਛ ਲਿਆ ਸੀ ਕਿ FIFA ਦੇ ਚੇਅਰਮੈਨ ਦਾ ਕੀ ਨਾਮ ਹੈ, ਜਾਂ ਫਿਰ ਪੁੱਛ ਲਿਆ ਕਿ ਅਸ਼ੋਕ ਨੇ ਜਿਹੜਾ ਬੰਦਾ ਲਾਇਆ ਸੀ ਆਪਣੇ ਨਾਰਥ 'ਚ, ਉਹਦਾ ਕੀ ਨਾਮ ਸੀ ਜਿਹੜਾ ਉੱਧਰੋਂ ਆਇਆ ਸੀ ਪਰਸ਼ੀਆ ਤੋਂ। ਹੁਣ ਇਹੋ ਜਿਹੇ ਕੁਐਸਚਨ ਤਿਆਰ ਕਰਨੇ ਬਹੁਤ ਔਖੇ ਨੇ। ਇਹ ਰਹਿ ਜਾਣ, ਪਰ ਜਿਹੜੇ ਈਜ਼ੀ ਫੈਕਟ ਬੇਸਡ ਕੁਐਸਚਨ ਹੁੰਦੇ ਨੇ, ਜਿਵੇਂ ਕਿ ਸਾਇੰਸ 'ਚੋਂ ਆਉਂਦੇ ਨੇ, ਉਹ ਨਹੀਂ ਤੁਹਾਡੇ ਗਲਤ ਹੋਣੇ ਚਾਹੀਦੇ। ਉਹਦੇ ਵਾਸਤੇ ਸਭ ਤੋਂ ਪਹਿਲਾ ਸਟੈਪ ਹੈ ਕਿ ਤੁਸੀਂ NCERTੀਆਂ ਰੱਟ ਲੈਣੀਆਂ ਨੇ, ਜਿਹੜੇ ਵੀ ਸਬਜੈਕਟ ਦੀਆਂ ਹੋਣ। ਜੇ ਸਾਇੰਸ ਹੈ ਤਾਂ ਸਾਇੰਸ ਦੀ 6ਵੀਂ ਤੋਂ 10ਵੀਂ ਦੀ NCERT ਹੋਊਗੀ। ਉਸ ਤੋਂ ਬਾਅਦ ਜੇ ਜੋਗ੍ਰਾਫੀ ਹੈ 6ਵੀਂ ਤੋਂ 12ਵੀਂ ਤੱਕ ਦੀਆਂ NCERTੀਆਂ, ਪੋਲਿਟੀ ਹੈ ਤਾਂ ਵੀ NCERTs, ਇਕੋਨਮੀ ਦੀ NCERTs, ਤੁਸੀਂ NCERTੀਆਂ ਸਾਰੀਆਂ ਰੱਟਣੀਆਂ ਨੇ। ਉਸ ਤੋਂ ਬਾਅਦ ਦੂਜਾ ਸਟੈਪ ਹੋ ਗਿਆ ਬੇਸਿਕ ਬੁੱਕਸ। ਜਿਹੜੀ ਵੀ ਤੁਸੀਂ ਬੇਸਿਕ ਬੁੱਕ ਰੱਖੀ ਹੋਈ ਆ ਆਪਣੇ ਕਿਸੇ ਵੀ ਸਬਜੈਕਟ ਵਾਸਤੇ, ਜਿਵੇਂ ਪੋਲਿਟੀ ਵਾਸਤੇ ਲਕਸ਼ਮੀਕਾਂਤ ਹੋਊਗੀ, ਇਕੋਨਮੀ ਵਾਸਤੇ ਸੰਜੀਵ ਵਰਮਾ, ਜਾਂ ਤੁਹਾਡੇ ਕੋਈ ਬੇਸਿਕ ਨੋਟਸ ਨੇ ਉਹ ਹੋ ਗਏ, ਇਹਨਾਂ ਨੂੰ ਸਿਲੇਬਸ ਦੇ ਨਾਲ ਰੱਖ ਕੇ ਜਿਹੜੇ ਟੌਪਿਕ ਨੇ ਉਹ ਆਪਾਂ ਕਰਦੇ ਜਾਣੇ ਨੇ। ਅਤੇ ਤੀਜਾ ਸਟੈਪ ਹੋ ਗਿਆ ਕਰੰਟ ਦਾ। ਹੁਣ ਜਿਵੇਂ ਕਿ ਤੁਹਾਨੂੰ ਪਤਾ ਕਿ ਕਰੰਟ 'ਚੋਂ ਵੀ ਪਿਛਲੀ ਵਾਰ 14 ਕੁਐਸਚਨ ਆਏ ਸੀਗੇ, ਤਾਂ ਕਰੰਟ ਆਪਾਂ ਕਰਾਂਗੇ। ਇਹਦੇ ਵਾਸਤੇ ਇੱਕ ਗਿਆਨਮ ਆਉਂਦੀ ਆ, ਪਿਛਲੇ 3 ਮਹੀਨੇ ਦਾ ਕੰਪਾਈਲੇਸ਼ਨ ਹੁੰਦਾ, ਉਹ ਕਰ ਸਕਦੇ ਹੋ। ਇਹ ਸਾਰਾ ਕੁਝ ਹੈਗਾ। ਤਾਂ ਦੇਖੋ ਕਰੰਟ ਵਾਸਤੇ ਇੱਕ ਤਾਂ ਆਪਾਂ ਗਿਆਨਮ ਕਰ ਸਕਦੇ ਹਾਂ, ਜਿਹੜਾ ਕਿ ਆਖਰੀ 3 ਮਹੀਨੇ ਦਾ ਕੰਪਾਈਲੇਸ਼ਨ ਹੁੰਦਾ, ਅਤੇ ਇਹਦੇ ਨਾਲ ਜਿਹੜਾ ਵੀ ਆਪਾਂ ਸਟੈਟਿਕ ਕਰੰਟ ਅਫੇਅਰ ਦੀ ਕੋਈ ਵੀ ਮੈਗਜ਼ੀਨ, ਕੋਈ ਵੀ ਸੋਰਸ ਫੋਲੋ ਕਰਦੇ ਹਾਂ, ਤਾਂ ਉਹਦਾ ਆਖਰੀ 1 ਸਾਲ ਦਾ ਆਪਾਂ ਕਰੰਟ ਅਫੇਅਰ ਕਰਨਾ। ਅਤੇ ਐਸੇ 'ਚ ਮੁੱਦਿਆਂ ਦੇ ਵਿੱਚ ਨਹੀਂ ਵੜਨਾ, ਉੱਪਰੋਂ ਮੁੱਦੇ ਕਰਨੇ ਨੇ, ਕਿਉਂਕਿ PCS 'ਚ ਐਸੇ 'ਚ ਇੰਨੀ ਡੈਪਥ 'ਚ ਨਹੀਂ ਪੁੱਛੇ ਜਾਂਦੇ। ਐਸਾ 'ਚ ਇੰਨੀ ਡੈਪਥ 'ਚ ਨਹੀਂ ਪੁੱਛੇ ਜਾਣਗੇ, ਉੱਪਰੋਂ ਜੇ ਕੋਈ ਵੀ ਮੁੱਦਾ ਹੋਇਆ ਤਾਂ ਪੁੱਛ ਲੈਣਗੇ। ਜਿਵੇਂ ਕਿ ਪਿਛਲੀ ਵਾਰ ਕੁਐਸਚਨ ਸੀਗਾ ਕਿ ਪੈਡੀ ਦੇ ਉੱਤੇ MSP ਉੱਤੇ ਕੁਐਸਚਨ ਆਇਆ ਸੀ ਕਿ ਇਹਦੇ 'ਚ ਕਿੰਨਾ ਵਧਿਆ, ਜਿਹੜਾ ਗ੍ਰੇਡ AC ਅਤੇ ਕਾਮਨ ਗ੍ਰੇਡ 'ਚ ਕਿੰਨਾ ਵਧਿਆ। ਤਾਂ ਐਸਾ ਬਹੁਤ ਹੀ ਸਿੰਪਲ ਕੁਐਸਚਨ ਸੀਗਾ। ਜੇ ਤੁਸੀਂ ਮਾੜਾ ਮੋਟਾ ਵੀ ਅਖਬਾਰ ਪੜ੍ਹਿਆ ਹੋਇਆ, ਮਾੜਾ ਮੋਟਾ ਪੰਜਾਬ ਦੇ ਵਿੱਚ ਜੋ ਵੀ MSP ਹੁੰਦੀ ਆ ਉਹਨੂੰ ਮਾੜਾ ਮੋਟਾ ਵੀ ਪਤਾ ਹੋਵੇ, ਤਾਂ ਵੀ ਤੁਸੀਂ, ਜੇ ਉਹ ਵੀ ਨਹੀਂ ਪਤਾ ਤਾਂ ਬੇਸਿਕ ਅੰਡਰਸਟੈਂਡਿੰਗ ਦੇ ਨਾਲ ਵੀ ਉਹ ਕੁਐਸਚਨ ਨੂੰ ਸੋਲਵ ਕਰ ਸਕਦੇ ਸੀ। ਇਸ ਤਰ੍ਹਾਂ ਉਹ ਸਟੇਟਮੈਂਟਾਂ ਬਣਾਈਆਂ ਗਈਆਂ ਸੀ। ਇਹ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ। ਇਹ 3 ਸਟੈਪ ਨੇ ਆਪਣੇ ਤਿਆਰੀ ਦੇ, ਜਿਹੜੀ ਆਪਾਂ ਆਪਣੀ ਤਿਆਰੀ ਦੇ ਵਿੱਚ ਇਨਕਲਕੇਟ ਕਰਨੇ ਨੇ। ਕਹਿੰਦੇ ਨੇ ਕਿ PCS ਦੇ ਵਿੱਚ ਚੀਜ਼ਾਂ ਵੇਗ ਨਹੀਂ ਹੈਗੀਆਂ, ਚੀਜ਼ਾਂ ਕਲੀਅਰਲੀ ਡਿਫਾਈਨਡ ਨੇ। ਤਾਂ ਤੁਹਾਨੂੰ ਬਸ ਸਿਲੇਬਸ ਦੇ ਹਿਸਾਬ ਨਾਲ ਇਹ ਬਹੁਤ ਹੀ ਵੱਡੀ ਕੁੰਜੀ ਮੈਂ ਤੁਹਾਨੂੰ ਦੇ ਰਿਹਾ।
ਜੇ ਤੁਸੀਂ ਸਿਰਫ ਸਿਲੇਬਸ ਦੇ ਹਿਸਾਬ ਨਾਲ ਹੀ ਤਿਆਰੀ ਕਰ ਲਓਗੇ ਨਾ PCS ਪ੍ਰੀਲਿਮਸ ਦੀ, ਤਾਂ ਵੀ ਤੁਹਾਡਾ ਪੇਪਰ ਨਿਕਲ ਜਾਊਗਾ। ਕੋਈ ਬਹੁਤੀ ਔਖੀ ਗੱਲ ਨਹੀਂ ਹੈਗੀ ਇਹਦੇ ਵਾਸਤੇ, ਪੇਪਰ ਕਲੀਅਰ ਕਰਨ ਵਾਸਤੇ ਤੁਸੀਂ ਬਸ ਚੱਜ ਨਾਲ ਤਿਆਰੀ ਕਰਨੀ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ CSAT ਦੀ, ਦੇਖੋ CSAT 'ਚ 6 ਡਿਵੀਜ਼ਨਾਂ 'ਚ ਆਪਣਾ ਪੂਰਾ ਪੇਪਰ ਵੰਡਿਆ ਹੋਇਆ। ਪਹਿਲੇ ਨੰਬਰ 'ਤੇ ਪੰਜਾਬੀ ਬਾਰੇ ਪੁੱਛਿਆ ਜਾਂਦਾ, ਪੰਜਾਬੀ ਦੇ ਅਖਾਣ ਮੁਹਾਵਰੇ ਸ਼ੁੱਧ ਸ਼ਬਦ ਦੱਸੋ ਕਿਹੜਾ ਇਹਨਾਂ 'ਚੋਂ। ਉਸ ਤੋਂ ਬਾਅਦ ਇੱਕ ਪੈਰਾ ਆ ਜਾਊਗਾ ਆਪਣੇ ਕੋਲ, ਇਹ ਸਾਰੇ ਆਉਂਦੇ ਨੇ। ਫਿਰ ਇੰਗਲਿਸ਼ ਦੇ 2 ਪੈਰਾਗ੍ਰਾਫ ਆਉਣਗੇ ਅਤੇ ਉਹਦੇ ਨਾਲ ਉਹ ਜਿਹੜਾ ਸਾਈਨੋਨਿਮ ਅਤੇ ਐਂਟੋਨਿਮ ਹੁੰਦੇ ਨੇ ਉਹ ਆਉਂਦੇ ਨੇ। ਰੀਜ਼ਨਿੰਗ ਦੇ ਕੁਐਸਚਨ ਹੁੰਦੇ ਨੇ ਜਿਨ੍ਹਾਂ 'ਚ ਉਹ ਐਨਾਲੋਗੀ ਪੁੱਛੀ ਜਾਂਦੇ ਕਿ ਆਲ ਟੇਬਲਸ ਆਰ ਚੇਅਰ, ਆਲ ਚੇਅਰਸ ਐਟ ਪੈਨ, ਤਾਂ ਇਹੋ ਜਿਹੇ ਕਰਕੇ ਜਿਹੜੇ ਕੁਐਸਚਨ ਹੁੰਦੇ ਨੇ। ਫਿਰ ਨਿਊਮੈਰੀਕਲ ਐਬਿਲਿਟੀ ਦੇ ਕੁਐਸਚਨ ਆ ਗਏ, ਜਿਸ 'ਚ ਜਿਵੇਂ ਪਿਛਲੀ ਵਾਰ ਆਇਆ ਸੀ ਕਿ ਘੜੀ ਦੇ ਕਿੰਨੇ ਵਾਰ ਇੱਕ ਦਿਨ 'ਚ ਸੂਈਆਂ ਪਰਪੈਂਡੀਕੂਲਰ ਹੁੰਦੀਆਂ ਨੇ। ਉਸ ਤੋਂ ਬਾਅਦ ਆਇਆ ਸੀ ਕਿ ਜੇ ਆਪਾਂ 2019 ਨੂੰ 19 ਵਾਰ ਉਹਦਾ ਟਾਈਮਸ ਕਰਾਂਗੇ ਅਤੇ 19 ਨਾਲ ਮਲਟੀਪਲਾਈ ਕਰਾਂਗੇ ਤਾਂ ਕਿੰਨਾ ਰਿਮਾਈਂਡਰ ਆਊਗਾ। ਇਹੋ ਜਿਹੇ ਸਿੱਧੇ ਬਹੁਤ ਟਫ ਲੈਵਲ ਦੇ ਨਹੀਂ, ਇੰਟਰਮੀਡੀਏਟ ਤੋਂ ਈਜ਼ੀ ਲੈਵਲ ਦੇ ਕੁਐਸਚਨ ਪੁੱਛੇ ਜਾਂਦੇ ਨੇ। ਤੁਸੀਂ ਕੀ ਕਰਨਾ ਹੈ, ਚਲੋ ਪਹਿਲੇ ਆਪਾਂ ਪੂਰਾ ਇਹ ਡਿਸਕਸ ਕਰ ਲਈਏ, ਫਿਰ CSAT ਦੀ ਸਟ੍ਰੈਟੇਜੀ ਦੱਸਾਂਗੇ। ਇੰਟਰਪਰਸਨਲ ਅਤੇ ਕਮਿਊਨੀਕੇਸ਼ਨ ਸਕਿੱਲ, ਜਿਵੇਂ ਪਿਛਲੀ ਵਾਰ ਸਿੱਧੇ ਜੇ ਤੁਹਾਨੂੰ ਬੇਸਿਕ ਅੰਡਰਸਟੈਂਡਿੰਗ ਵੀ ਹੈਗੀ ਹੈ ਕਮਿਊਨੀਕੇਸ਼ਨ ਦੀ। ਪਿਛਲੀ ਵਾਰ ਪੁੱਛਿਆ ਗਿਆ ਸੀ ਕਿ ਇੱਕ ਉਹ ਵਾਲਾ ਚੀਜ਼ ਕਿ ਜਿਸ 'ਚ ਜਿਹੜਾ ਮੈਸੇਜ ਆ ਉਹ ਸੈਂਟਰ ਤੋਂ ਬਿਗਿਨ ਹੁੰਦਾ ਅਤੇ ਸੈਂਟਰ ਤੋਂ ਐਂਡ ਹੋ ਜਾਂਦਾ, ਉਹਨੂੰ ਕਿਹੜੇ ਟਾਈਪ ਆਫ ਕਮਿਊਨੀਕੇਸ਼ਨ ਕਹਾਂਗੇ। ਤਾਂ ਦੇਖੋ ਇੱਕ ਸਰਕਿਟ ਬਣ ਰਿਹਾ ਹੈ ਕਿ ਸਟਾਰਟਿੰਗ ਅਤੇ ਬਿਗਿਨਿੰਗ ਸੇਮ ਹੈ, ਤਾਂ ਉਹਨੂੰ ਸਰਕਿਟਸ ਟਾਈਪ ਆਫ ਕਮਿਊਨੀਕੇਸ਼ਨ ਕਹਿ ਦਾਂਗੇ। ਜੇ ਤੁਹਾਨੂੰ ਬੇਸਿਕ ਨੌਲੇਜ ਵੀ ਹੈਗੀ ਹੈ ਤਾਂ ਵੀ ਤੁਹਾਡੇ ਵਾਸਤੇ ਕਮਿਊਨੀਕੇਸ਼ਨ ਔਖਾ ਨਹੀਂ ਹੋਣਾ ਚਾਹੀਦਾ। ਅਤੇ 6ਵੇਂ ਨੰਬਰ 'ਤੇ ਆ ਗਿਆ ਡਾਟਾ ਇੰਟਰਪ੍ਰੀਟੇਸ਼ਨ। ਇਹਦੇ ਤੁਹਾਡੇ ਜਿਹੜੇ ਵੀ ਤੁਹਾਡੇ ਨਿਊਮੈਰੀਕਲ ਸਕਿੱਲਸ ਲੱਗਦੇ ਨੇ ਕਿ ਤੁਸੀਂ ਕਿੰਨੇ ਚੰਗੇ ਹੋ ਨੰਬਰਾਂ ਦੇ ਨਾਲ, ਉਹ ਇੰਟਰਪਲੇ ਕਰਨਗੇ। ਅਤੇ ਆਹ CSAT ਦੇ ਪੇਪਰ ਵਾਸਤੇ ਇਹ ਹੋ ਗਏ 6 ਟੌਪਿਕ। ਹੁਣ ਤੁਸੀਂ ਇਹਦੇ ਵਾਸਤੇ ਸਭ ਤੋਂ ਇਹਦੀ ਤਿਆਰੀ ਸ਼ੁਰੂ ਕਰਨ ਤੋਂ ਪਹਿਲਾਂ, ਕਿਤੋਂ ਵੀ ਕੁਛ ਪੜ੍ਹਨ ਤੋਂ ਪਹਿਲਾਂ ਜਿਹੜੀ ਚੀਜ਼ ਤੁਸੀਂ ਪੱਕਾ ਕਰਨੀ ਉਹ ਇਹ ਹੈਗੀ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਪ੍ਰੀਵੀਅਸ ਈਅਰ ਪੇਪਰ ਕਰਨਾ। ਪ੍ਰੀਵੀਅਸ ਈਅਰ ਪੇਪਰ ਕਰੋਗੇ ਤਾਂ ਤੁਹਾਨੂੰ ਆਪਣਾ ਲੈਵਲ ਪਤਾ ਲੱਗੂਗਾ ਕਿ ਮੈਂ ਕਿੰਨੇ ਕੁ ਪਾਣੀ 'ਚ ਕਿੰਨਾ ਕੁ ਮੈਨੂੰ ਆਉਂਦਾ। ਜਦ ਤੁਸੀਂ ਇਹ ਪੂਰਾ ਪੇਪਰ ਕਰ ਲਿਆ ਤਾਂ ਆਪਣੇ ਮਾਰਕਸ ਕੈਲਕੂਲੇਟ ਕਰਨੇ ਨੇ। ਜੇ ਤੁਹਾਡੇ 170 ਤੋਂ 180 ਦੇ ਗੇਟ 'ਚ ਆ ਰਹੇ ਨੇ ਤਾਂ ਤੁਹਾਡਾ ਕੰਮ ਪਾਰ ਆ। ਤਾਂ ਜਿੰਨੇ ਆਉਣੇ ਚਾਹੀਦੇ ਨੇ ਉਸ ਤੋਂ ਵੱਧ ਹੀ ਆ ਰਹੇ ਨੇ, 170 80 ਐਟ ਮੈਕਸ ਵਧੀਆ ਨੰਬਰ ਗਿਣੇ ਜਾਂਦੇ ਨੇ ਕਿ ਜੇ ਇੰਨੇ ਆ ਰਹੇ ਨੇ ਤਾਂ ਤੁਹਾਡਾ PCS ਪ੍ਰੀਲਿਮਸ ਨਹੀਂ ਰੁਕਦਾ। ਇਹ ਗੱਲ ਆਪਾਂ ਸਾਰੇ ਜਨਰਲ ਕੈਟੇਗਰੀ ਵਾਲੇ ਸਕੋਰਸ ਦੀ ਕਰ ਰਹੇ ਹਾਂ। ਜਿਹੜੀ ਵੀ ਤੁਹਾਡੀ ਕੈਟੇਗਰੀ ਆ ਉਹਦੇ ਹਿਸਾਬ ਨਾਲ ਤੁਸੀਂ ਘਟਾ ਵਧਾ ਸਕਦੇ ਹੋ। ਜੇ 150 ਆ ਰਹੇ ਨੇ ਤਾਂ ਤੁਹਾਡੇ ਐਵਰੇਜ ਨੰਬਰ ਨੇ ਅਤੇ ਤੁਹਾਨੂੰ ਮਿਹਨਤ ਕਰਨ ਦੀ ਲੋੜ ਹੈ। ਮੈਂ ਜੇ ਤੁਹਾਨੂੰ ਸਹੀ ਗੱਲ ਦੱਸਾਂ 292.5 ਕੱਟ ਆਫ ਗਈ ਸੀ ਪਿਛਲੀ ਵਾਰ, ਅਤੇ 150 ਅਤੇ ਉੱਥੋਂ ਜੇ ਤੁਸੀਂ ਪ੍ਰੀਲਿਮਸ ਦੀ ਗੱਲ ਕਰੋ, ਜੇ ਤੁਸੀਂ ਬਹੁਤ ਵਧੀਆ ਤਿਆਰੀ ਕਰਕੇ ਜਾਂਦੇ ਹੋ ਤਾਂ 130 40 ਤੋਂ ਉੱਪਰ ਉੱਥੇ ਨੰਬਰ ਨਹੀਂ ਆ ਸਕਦੇ। ਐਕਸੈਪਸ਼ਨਲੀ ਬ੍ਰਿਲੀਅੰਟ ਜੇ ਤੁਸੀਂ ਪੇਪਰ ਕਰਕੇ ਆਓਗੇ ਤਾਂ ਮੈਕਸਿਮਮ ਟੂ ਮੈਕਸਿਮਮ ਉੱਥੇ ਤੁਸੀਂ 150 ਸਕੋਰ ਕਰ ਸਕਦੇ ਹੋ। ਪਰ ਮੰਨ ਕੇ ਚੱਲੋ ਜੇ ਤੁਸੀਂ ਬਹੁਤ ਵਧੀਆ ਤਿਆਰੀ ਕਰਕੇ ਜਾਂਦੇ ਹੋ ਤਾਂ ਤੁਹਾਡੇ 130 ਤੋਂ 140 ਦੇ ਵਿੱਚ ਨੰਬਰ ਆਉਣਗੇ PCS ਪ੍ਰੀਲਿਮਸ ਜਨਰਲ ਸਟੱਡੀਜ਼ ਦੇ ਵਿੱਚ। ਤਾਂ ਮੇਜਰ ਜਿਹੜਾ ਤੁਹਾਨੂੰ ਕੰਮ ਖਿੱਚਣਾ ਪੈਣਾ ਉਹ CSAT ਹੀ ਹੈ। ਜੇ ਮੰਨ ਲਓ ਤੁਹਾਡੇ ਉੱਥੇ 130 ਆਉਂਦੇ ਨੇ ਅਤੇ ਉਰੇ ਤੁਸੀਂ 160 ਤੋਂ 65 ਲੈ ਜਾਂਦੇ ਹੋ ਤਾਂ ਹੀ ਤੁਹਾਡਾ ਪੇਪਰ ਕਲੀਅਰ ਹੋ ਸਕਦਾ। ਦੋਨਾਂ 'ਚ ਤੁਹਾਨੂੰ ਪੂਰਾ ਜ਼ੋਰ ਲਾਉਣਾ ਪੈਣਾ। ਇਹ ਨਹੀਂ ਹੈਗਾ ਕਿ ਇੱਕ ਪਾਸਿਓਂ ਵਧੀਆ ਕੰਮ ਕਰਤਾ ਅਤੇ ਦੂਜੇ ਪਾਸੇ ਢਿੱਲਾ ਮੱਠਾ ਰਹਿ ਗਿਆ ਅਤੇ ਤੁਹਾਡਾ ਪੇਪਰ ਕਲੀਅਰ ਹੋ ਜਾਊਗਾ। ਪੂਰੇ ਦੋਨੋਂ ਪੇਪਰਾਂ 'ਤੇ ਪੂਰਾ ਜ਼ੋਰ ਚਾਹੀਦਾ। ਘੱਟੋ ਘੱਟ 165 ਤੋਂ 170 ਨੰਬਰ ਚਾਹੀਦੇ ਨੇ ਤੁਹਾਨੂੰ CSAT ਵਾਸਤੇ। ਜਨਰਲ ਕੈਟੇਗਰੀ ਦੀ ਗੱਲ ਕਰ ਰਿਹਾ, PCS ਪ੍ਰੀਲਿਮਸ ਕਲੀਅਰ ਕਰਨ ਨੂੰ। ਜੇ ਤੁਸੀਂ ਜਨਰਲ ਕੈਟੇਗਰੀ ਤੋਂ 150 ਤੋਂ ਤੁਸੀਂ ਐਵਰੇਜ ਹੋ, ਤੁਸੀਂ ਜ਼ੋਰ ਲਾਓਗੇ ਤਾਂ 150 ਤੋਂ 170 ਤੱਕ ਪਹੁੰਚ ਸਕਦੇ। ਜੇ ਤੁਸੀਂ 130 'ਤੇ ਹੋ ਤਾਂ ਭਾਈ ਬਹੁਤ ਮਿਹਨਤ ਕਰਨ ਦੀ ਲੋੜ ਹੈ। ਹੁਣ ਜਦ ਤੁਸੀਂ ਪੇਪਰ ਕਰੋਗੇ ਤਾਂ ਹੁਣ ਕਈ ਬੱਚਿਆਂ ਦੀ ਇੰਗਲਿਸ਼ ਵੀਕ ਹੋਊਗੀ ਤਾਂ ਉਹਨਾਂ ਨੂੰ ਇੰਗਲਿਸ਼ 'ਚ ਜ਼ੋਰ ਲਾਉਣਾ ਪੈਣਾ। ਜੇ ਤੁਸੀਂ ਹੋਰ ਪੇਪਰਾਂ ਦੀ ਤਿਆਰੀ ਕਰਦੇ ਹੋ ਤਾਂ ਖੁਦ ਬ ਖੁਦ ਤੁਹਾਡੇ ਰੀਜ਼ਨਿੰਗ, ਨਿਊਮੈਰੀਕਲ ਐਬਿਲਿਟੀ ਅਤੇ ਡਾਟਾ ਇੰਟਰਪ੍ਰੀਟੇਸ਼ਨ ਤੁਹਾਨੂੰ ਆਉਂਦਾ ਹੋਣਾ। ਸਿਰਫ ਪੰਜਾਬੀ ਅਤੇ ਇੰਟਰ ਕਮਿਊਨੀਕੇਸ਼ਨ ਅਤੇ ਪਰਸਨਲ ਸਕਿੱਲਸ ਇਹ ਤਿਆਰ ਕਰਨਾ ਪੈਣਾ ਤੁਹਾਨੂੰ। ਐਸ ਸੱਚ ਕਮਿਊਨੀਕੇਸ਼ਨ ਸਕਿੱਲਸ ਬਹੁਤ ਸੌਖਾ ਹੁੰਦਾ। ਤੁਸੀਂ ਦਿਮਾਗ ਨਾਲ ਆਰਾਮ ਨਾਲ ਠਰਮੇ ਨਾਲ ਇਹ ਕੁਐਸਚਨ ਸਮਝ ਕੇ ਕਰੋਗੇ ਤਾਂ ਇਹ ਨਹੀਂ ਗਲਤ ਹੋਣਗੇ। ਪੰਜਾਬੀ ਤੁਸੀਂ ਕੋਈ ਵੀ 10ਵੀਂ ਦੀ ਗ੍ਰਾਮਰ ਦੀ ਕਿਤਾਬ 'ਚੋਂ ਕਰ ਸਕਦੇ ਹੋ, ਪਰ ਕਰਨੇ ਉਹ ਚੀਜ਼ਾਂ ਨੇ ਜਿਹੜੇ ਪਿਛਲੇ ਸਾਲ 'ਚ ਪੁੱਛੀਆਂ ਗਈਆਂ ਨੇ। ਇਹ ਐਸ ਸੱਚ ਨਹੀਂ ਕਿ ਤੁਸੀਂ ਕੁਛ ਵੀ ਚੱਕ ਕੇ ਪੜ੍ਹਨ ਲੱਗੇ ਪੰਜਾਬੀ ਬਾਰੇ। ਜਿਹੜੀਆਂ ਚੀਜ਼ਾਂ ਪੁੱਛੀਆਂ ਗਈਆਂ ਨੇ ਉਹਦੇ ਹਿਸਾਬ ਨਾਲ ਹੀ ਤਿਆਰ ਕਰਨਾ ਇਹ।
ਇਹ ਹੋ ਗਈ ਗੱਲ ਆਪਣੀ ਸੀ ਸੈਟ ਦੀ। ਤਾਂ ਸਭ ਤੋਂ ਤੁਹਾਡਾ ਪਹਿਲਾ ਕੰਮ ਇਹੀ ਹੈ ਕਿ ਤੁਸੀਂ ਪ੍ਰੀਵੀਅਸ ਈਅਰ ਪੇਪਰ ਕਰਨੇ ਨੇ 2016 ਤੇ 2018 ਦੇ, ਤੇ ਉਹ 'ਚੋਂ ਦੇਖਣਾ ਕਿ ਮੇਰੇ ਨੰਬਰ ਆ ਕਿੰਨੇ ਰਹੇ ਨੇ। ਇਹ ਹੋ ਗਿਆ ਤੁਹਾਡਾ ਕੰਮ। ਇਹ ਆਪਾਂ ਸਾਰੀ ਗੱਲ ਕੀਤੀ ਹੋਈ ਹੈ ਕੱਟ ਆਫ ਕਿੰਨੀ ਗਈ ਸੀ। ਤਾਂ ਇਹ ਆਪਾਂ ਸਾਰੀ ਗੱਲ ਕੀਤੀ ਹੋਈ ਹੈ ਕਿ ਤੁਹਾਡੀ ਪਿਛਲੀ ਵਾਰ ਕੱਟ ਆਫ ਕਿੰਨੀ ਗਈ ਸੀ ਤੇ ਤੁਹਾਨੂੰ ਕਿੰਨੇ ਚਾਹੀਦੇ ਨੇ ਇਨ ਕੇਸ ਤੁਸੀਂ ਪੇਪਰ ਕਲੀਅਰ ਕਰਨਾ। ਤੇ ਧਿਆਨ ਰੱਖਿਓ ਸਾਰੀ ਜਨਰਲ ਕੈਟੇਗਰੀ ਦੀ ਗੱਲ ਹੈ। 2018 'ਚ ਕੱਟ ਆਫ 291, ਉਸ ਤੋਂ ਬਾਅਦ ਵੱਧ ਕੇ 292.5 ਵੀ ਹੋ ਗਈ ਸੀ, ਜਿਹੜੀ ਕਿ 70% ਹੈ 400 ਦੀ। 2016 'ਚ 266 ਗਈ ਸੀ 400 'ਚੋਂ। ਹੁਣ ਮੰਨ ਲਓ ਜੇ ਐਤਕ ਵੀ ਜੇ ਆਪਾਂ ਮੰਨਦੇ ਹਾਂ ਕਿ ਉਨੇ ਹੀ ਬੱਚੇ ਨੇ, ਸਾਰਾ ਕੁਛ ਉਨਾ ਹੈ, ਅਤੇ ਉਨੀ ਕੁ ਹੀ ਕੱਟ ਆਫ ਜਾਵੇ। ਉਰੇ ਸੌਰੀ 277 ਤੇ 297.5 ਆਊਗਾ। ਜੇ ਤੁਹਾਨੂੰ 70 ਪਲੱਸ ਸੀ ਸੈਟ 'ਚ ਠੀਕ ਕਰਨੇ ਨੇ, 55 ਪਲੱਸ ਜੀ ਐਸ 'ਚ ਠੀਕ ਕਰਨੇ ਨੇ, ਤਾਂ ਵੀ ਜਾ ਕੇ ਤੁਹਾਡਾ 297.5 ਨੰਬਰ ਬਣਨਗੇ। ਤਾਂ ਗੇਮ ਆਪਣੀ ਸਾਰੀ ਸੀ ਸੈਟ 'ਚ ਖੜੀ ਹੈ। ਜਿੰਨਾ ਮਰਜ਼ੀ ਪ੍ਰੀਲਿਮਸ 'ਚ ਜ਼ੋਰ ਲਾ ਲਿਓ, ਮੈਂ ਕਾਫੀ ਰॉ ਗੱਲ ਕਰ ਰਿਹਾ, ਕਾਫੀ ਪ੍ਰੈਕਟੀਕਲ ਗੱਲ ਕਰ ਰਿਹਾ ਕਿ ਪੇਪਰ ਕਿਵੇਂ ਅਸਲ 'ਚ ਕਲੀਅਰ ਹੋਣਾ ਹੈ। ਐਜ਼ ਅ ਅਕੈਡਮਿਕ ਵਿਊ ਪੁਆਇੰਟ ਤੋਂ ਨਹੀਂ ਗੱਲ ਕਰ ਰਿਹਾ ਕਿ ਉੱਧਰੋਂ ਆਪਾਂ 100 ਚੋਂ 90 ਕਲੀਅਰ ਕਰ ਲਾਂਗੇ ਅਤੇ ਸੀ ਸੈਟ 'ਚੋਂ 80 ਚੋਂ 75 ਠੀਕ ਕਰ ਲਾਂਗੇ। ਜਿੰਨਾ ਮਰਜ਼ੀ ਜੋ ਲਾ ਲਓ, ਜੀ ਐਸ 'ਚੋਂ ਵੱਧੋ ਵੱਧ ਤੁਸੀਂ 70 ਠੀਕ ਕਰ ਸਕਦੇ। ਅਤੇ ਸੀ ਸੈਟ 'ਚ ਇੱਕ ਇਹੋ ਜਿਹੀ ਚੀਜ਼ ਹੈ ਕਿ ਲੋਕ 190 ਵੀ ਲੈ ਕੇ ਆਏ ਹੋਏ ਨੇ 200 ਚੋਂ। ਤਾਂ ਸੀ ਸੈਟ 'ਚ ਪੂਰੀ ਆਪਣੀ ਗੇਮ ਖੜੀ ਹੈ। ਤਾਂ ਸੀ ਸੈਟ 'ਚ ਤੁਸੀਂ ਪੂਰਾ ਜ਼ੋਰ ਲਾਉਣਾ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਜੀ ਐਸ ਛੱਡ ਦੋਗੇ, ਕਿਉਂਕਿ ਜੀ ਐਸ 'ਚ ਤਾਂ ਤੁਹਾਨੂੰ ਘੱਟੋ ਘੱਟ 130-40 ਲੈ ਕੇ ਆਉਣੇ ਹੀ ਪੈਣੇ ਨੇ ਇਨ ਕੇਸ ਤੁਸੀਂ ਕੱਟ ਆਫ ਕਲੀਅਰ ਕਰਨੀ ਹੈ। ਤਾਂ ਇਹ ਗੱਲ ਹੋ ਗਈ। ਨਿਊਜ਼ਪੇਪਰ ਦਾ ਟ੍ਰਿਬਿਊਨ ਪੜ੍ਹਨਾ ਸ਼ੁਰੂ ਕਰ ਦਿਓ। ਇਹ ਪ੍ਰੀਲਿਮਸ 'ਚ ਵੀ ਕੰਮ ਆਊਗਾ, ਕੋਈ ਮੁੱਦਾ ਚੱਕਿਆ ਜਾਂਦਾ ਜਿਵੇਂ ਹੁਣ ਪਿਛਲਾ, ਜੇ ਹੁਣ ਕਰ ਰਹੇ ਹੋ ਤਾਂ ਮੇਨਸ 'ਚ ਕੰਮ ਆ ਜਾਊਗਾ। ਤਾਂ ਇਹ ਸਾਰੀ ਗੱਲ ਹੋ ਗਈ ਨਿਊਜ਼ਪੇਪਰ ਦੀ। ਦਾ ਟ੍ਰਿਬਿਊਨ ਜਿਹੜਾ ਪੰਜਾਬੀ ਆਉਂਦਾ ਉਹ ਕਰ ਸਕਦੇ ਆਪਾਂ, ਅਤੇ ਜੇ ਵੈਸੇ ਮੁੱਦੇ ਤਾਂ ਇੰਗਲਿਸ਼ ਵਾਲਾ ਵੀ ਕਰ ਸਕਦੇ ਹਾਂ ਆਪਾਂ। ਪ੍ਰੀਵੀਅਸ ਈਅਰ ਕੁਐਸਚਨਾਂ ਦੀ ਗੱਲ ਕਰੀਏ ਤਾਂ ਇਹ ਟਰੈਂਡ ਹੈ ਕਿ ਕਿੰਨੇ ਕਿੰਨੇ ਕੁਐਸਚਨ ਆ ਰਹੇ ਨੇ। ਜਿਵੇਂ 2012 ਤਾਂ ਫੱਟੇ ਹੀ ਚੱਕੇ ਗਏ ਸੀ, 15 14 12 15 28 14 12, ਮਤਲਬ ਕਿ ਔਨ ਐਨ ਐਵਰੇਜ 12 ਤੋਂ 14 ਕੁਐਸਚਨ ਤਾਂ ਆ ਰਹੇ ਨੇ ਸਾਇੰਸ ਦੇ ਵਿੱਚੋਂ। ਇੰਡੀਅਨ ਹਿਸਟਰੀ ਅਤੇ ਕਲਚਰ ਦੀ ਗੱਲ ਕਰੀਏ ਤਾਂ ਇਹਦੇ 'ਚ ਵੀ ਅਪਰੋਕਸ 12 ਤੋਂ 14 ਕੁਐਸਚਨ ਆਉਣਗੇ। ਕਰੰਟ ਅਫੇਅਰ ਪਿਛਲੀ ਵਾਰ 22 ਕੁਐਸਚਨ। ਇਹ ਹੁਣ ਜਿਵੇਂ ਪਹਿਲੇ ਆਪਾਂ ਗੱਲ ਜਿਹੜੀ 2018 ਸਪੈਸੀਫਿਕ ਕੀਤੀ ਸੀ ਉਹ 'ਚ ਆਪਾਂ ਦੇਖਿਆ ਸੀ ਕਿ 17 ਤੋਂ 18 ਨੇ, ਪਰ ਕੁਛ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੇ ਕਰੰਟ ਅਫੇਅਰ 'ਚ ਵੀ ਗਿਣ ਸਕਦੇ ਹਾਂ ਅਤੇ ਸਟੈਟਿਕ 'ਚ ਵੀ ਗਿਣ ਸਕਦੇ ਹਾਂ, ਤਾਂ ਥੋੜ੍ਹਾ ਵੇਰੀਏਸ਼ਨ ਹੈ। ਐਸਾ ਤੁਸੀਂ ਮੋਟਾ ਮੋਟਾ ਆਈਡੀਆ ਲੈਣਾ। ਤਾਂ ਇਹ 'ਚ ਤੁਸੀਂ ਦੇਖ ਸਕਦੇ ਹੋ ਕਿ ਕਰੰਟ ਅਫੇਅਰ ਦੇ ਵੀ ਅਪਰੋਕਸ 20 ਤੋਂ 22 ਕੁਐਸਚਨ ਨੇ। ਇਕੋਨਮੀ ਦੀ ਜੇ ਗੱਲ ਕਰੀਏ ਤਾਂ 8 ਕੁਐਸਚਨ, ਪੋਲਿਟੀ 9, ਥਿੰਕਰ। ਹੁਣ ਦੇਖੋ ਥਿੰਕਰ ਜਿਹੜਾ ਮੇਨ ਮੁੱਦਾ ਖੜ੍ਹਦਾ ਆਪਣਾ, ਇਹ 'ਚ ਅਸੀਂ ਥਿੰਕਰ ਨੂੰ ਅਲੱਗ ਤਰ੍ਹਾਂ ਕੀਤਾ ਹੋਇਆ। ਤਾਂ ਥਿੰਕਰ ਜਿਹੜੇ ਹੈਗੇ ਨੇ ਉਹ ਪੁੱਛੇ ਜਾਂਦੇ ਨੇ PCS ਪ੍ਰੀਲਿਮਸ ਦੇ ਵਿੱਚ, ਜਿਹੜੇ ਕਿ IAS 'ਚ ਨਹੀਂ ਪੁੱਛੇ ਜਾਂਦੇ। ਅਤੇ ਤੁਸੀਂ ਦੇਖੋਗੇ ਮੋਰ ਲੈਸ ਤੁਹਾਨੂੰ ਇਹ ਚੀਜ਼ ਨਹੀਂ ਆਉਂਦੀ ਹੋਣੀ। ਜੇ ਤੁਸੀਂ ਪ੍ਰੀਵੀਅਸ ਈਅਰ ਪੇਪਰ ਕਰਕੇ ਦੇਖੋਗੇ ਜਨਰਲ ਸਟੱਡੀਜ਼ ਦੇ, ਤਾਂ ਥਿੰਕਰ ਜੇ 6 ਪੁੱਛੇ ਗਏ ਨੇ ਤਾਂ ਉਹਦੇ ਵਿੱਚੋਂ 2 ਕੀ ਆਉਂਦੇ ਹੋਣਗੇ। ਤਾਂ ਇਹਦੀ ਵੀ ਸਪੈਸੀਫਿਕ ਤਿਆਰੀ ਚਾਹੀਦੀ ਆਪਾਂ ਨੂੰ। ਇਹਦੇ ਵਾਸਤੇ ਇੱਕ ਤਾਂ ਆਪਾਂ ਜਿਹੜੀ ਪੋਲਿਟੀ ਦੀ ਆਪਣੀ ਕਿਤਾਬਾਂ ਨੇ NCERT ਉਹ ਕਰ ਸਕਦੇ, ਉਹਦੇ ਜਿਹੜੇ ਵੀ ਥਿੰਕਰ ਦਿੱਤੇ ਹੋਏ ਨੇ ਉਹ ਤਿਆਰ ਕਰਨੇ ਨੇ। ਅਤੇ ਬਾਕੀ ਆਪਾਂ ਕੋਰਸਿਸ ਬਾਰੇ ਵੀ ਅਖੀਰ 'ਚ ਗੱਲ ਕਰਾਂਗੇ, ਜਿਹਦੇ 'ਚ ਆਹ ਸਾਰਾ ਸਮਾਨ ਤੁਹਾਨੂੰ ਰੈਡੀਮੇਡ ਵੀ ਮਿਲਦਾ। ਜੇ ਤੁਸੀਂ ਉਹ ਲੈਣਾ ਚਾਹੋ ਤਾਂ ਉਹ ਲਾਸਟ ਗੱਲ ਕਰਦੇ ਹਾਂ। ਜੋਗਰਾਫੀ 'ਚੋਂ 7 ਕੁਐਸਚਨ, ਵਰਲਡ ਹਿਸਟਰੀ 6 ਕੁਐਸਚਨ। ਹਰ ਸਾਲ ਇਹ ਆਲਮੋਸਟ 4-5 ਕੁਐਸਚਨ ਤਾਂ ਆ ਹੀ ਰਹੇ ਨੇ, ਅਤੇ ਪਿਛਲੀ ਵਾਰ 6 ਕੁਐਸਚਨ ਆਏ ਨੇ। ਪੰਜਾਬ GK 10 ਅਤੇ ਐਨਵਾਇਰਨਮੈਂਟ 4। ਅਤੇ ਇਹ ਹੋ ਗਿਆ ਆਪਣਾ ਬ੍ਰੇਕਡਾਊਨ। ਹੁਣ ਆਪਾਂ ਅੱਗੇ ਗੱਲ ਜਿਹੜੀ ਕਰਨ ਜਾ ਰਹੇ ਹਾਂ ਉਹ ਹੈਗੀ ਹੈ ਜਿਹੜੀ ਬ੍ਰੇਕਡਾਊਨ ਕਰ ਰਹੇ ਹਾਂ ਜਨਰਲ ਸਟੱਡੀਜ਼ ਦਾ, ਉਹ ਕਿੱਥੋਂ ਤਿਆਰ ਕਰਨਾ। ਸਾਇੰਸ ਐਂਡ ਟੈਕ ਆਲਮੋਸਟ ਆਲ ਕੁਐਸਚਨਸ ਫੈਕਚੁਅਲ ਆਉਂਦੇ ਨੇ, ਸਿੱਧੇ ਸਿੱਧੇ ਪੁੱਛੇ ਜਾਂਦੇ ਨੇ। ਕਰੰਟ ਨਾਲ ਰਿਲੇਟਡ ਨਹੀਂ ਹੁੰਦੇ ਤਾਂ ਆਪਾਂ 6ਵੀਂ ਤੋਂ 10ਵੀਂ ਦੀ NCERT ਕਰਨੀ ਹੈ, ਅਤੇ ਉਹਦੇ ਨਾਲ ਨਾਲ ਕਰੰਟ ਇਸ਼ੂ ਆਪਾਂ ਤਿਆਰ ਕਰਾਂਗੇ। ਇਹ ਗੱਲ ਹੋ ਗਈ। ਹਿਸਟਰੀ ਵਾਸਤੇ ਬੈਲੈਂਸ ਕਰਨਾ ਆਪਾਂ ਹਿਸਟਰੀ ਨੂੰ ਮਾਡਰਨ ਅਤੇ ਨਾਲ ਜਿਹੜੇ ਹੋਰ ਨੇ ਏਂਸ਼ੀਅੰਟ ਕਲਚਰ, ਇਹ 'ਚੋਂ ਈਜ਼ੀ ਕੁਐਸਚਨ ਆਉਂਦੇ ਅਤੇ ਮਾਡਰਨ 'ਚੋਂ ਮੋਡਰੇਟ ਕੁਐਸਚਨ ਆਉਣਗੇ, ਬਹੁਤੇ ਸੌਖੇ ਨਹੀਂ ਆਉਣਗੇ। ਇਹਦੇ ਵਾਸਤੇ ਤੁਸੀਂ ਕੋਈ ਵੀ ਜਿਹੜੀ ਬੇਸਿਕ ਕਿਤਾਬ ਕਰਦੇ ਉਹਦੇ ਵਾਸਤੇ, ਚਾਹੇ ਤੁਸੀਂ ਸਪੈਕਟਰਮ ਕਰ ਰਹੇ ਹੋ, ਬਿਪਿਨ ਚੰਦਰਾ ਕਰ ਰਹੇ ਹੋ, ਉਹ 'ਚੋਂ ਕੋਈ ਵੀ ਇੱਕ ਬੇਸਿਕ ਕਿਤਾਬ ਚੱਕ ਲਓ ਅਤੇ ਉਹ ਕਰਨੀ ਹੈ। ਅਤੇ ਜਿਹੜੀ ਓਲਡ NCERTਆਂ ਨੇ, ਏਂਸ਼ੀਅੰਟ ਵਾਸਤੇ RS ਸ਼ਰਮਾ, ਮਿਡੇਵਲ ਵਾਸਤੇ ਸਤੀਸ਼ ਚੰਦਰਾ, ਕਲਚਰ ਵਾਸਤੇ +1 ਦੀ ਫਾਈਨ ਆਰਟਸ ਦੀ ਜਿਹੜੀ ਆਪਣੀ NCERT ਹੁੰਦੀ ਹੈ, ਅਤੇ ਮਾਡਰਨ ਵਾਸਤੇ ਬਿਪਿਨ ਚੰਦਰਾ ਜਾਂ ਸਪੈਕਟਰਮ ਜਿਹੜੀ ਤੁਹਾਨੂੰ ਹੁਣੇ ਦੱਸੀ। ਇਕੋਨਮੀ ਦੀ ਜੇ ਗੱਲ ਕਰੀਏ, ਇਕੋਨਮੀ ਦਾ ਕੁਛ ਜੇ ਪਿਛਲੇ ਸਾਲਾਂ ਦੇ ਟਰੈਂਡ ਦੇਖੇ ਤਾਂ ਅਨਸਰਟੇਨ ਹੈ ਕਿ ਕਿੱਥੋਂ ਕੁਐਸਚਨ ਆ ਜਾਵੇ।
ਪਰ ਜਿਹੜੇ ਆਪਾਂ ਤਿਆਰੀ ਕਰਨ ਵਾਸਤੇ ਕੀ ਚੀਜ਼ ਵਰਤਾਂਗੇ, ਇੱਕ ਤਾਂ ਨੋਟਸ ਆਪਣੇ ਬੇਸਿਕ ਜਿਹੜੇ ਵੀ ਆਪਣੇ ਕੋਲ ਇਕੋਨਮੀ ਦੇ ਨੋਟਸ ਨੇ, ਤੇ NCERTੀਆਂ। ਇਹਦੇ 'ਚ ਜਿਹੜੇ ਮੋਸਟਲੀ ਕੁਐਸਚਨ ਆਉਂਦੇ ਉਹ ਕਰੰਟ ਬੇਸਡ ਆਉਂਦੇ ਨੇ, ਪੰਜਾਬ ਰਿਲੇਟਡ, ਬਜਟ ਤੇ ਇਕੋਨਮੀ ਦੇ ਵਿੱਚੋਂ, ਤੇ ਜਿਹੜੇ ਉਸ ਟਾਈਮ ਦੇ ਇਕੋਨਮੀ ਦੇ ਕਰੰਟ ਅਫੇਅਰਸ ਨੇ। ਇਹਦੇ 'ਚ ਈਜ਼ੀ ਟੂ ਮੋਡਰੇਟ ਕੁਐਸਚਨ ਆਉਣਗੇ, ਤੇ ਹਰੇਕ ਕੁਐਸਚਨ ਮੈਕਰੋ ਇਕਨੋਮਿਕ ਹੋਊਗਾ, ਕੋਈ ਵੀ ਮਾਈਕਰੋ ਇਕਨੋਮਿਕ ਕੁਐਸਚਨ ਨਹੀਂ ਹੋਊਗਾ, ਮਤਲਬ ਮੇਜਰ ਮੁੱਦਿਆਂ ਦੀ ਗੱਲ ਹੋਊਗੀ। ਤਾਂ ਜਿਹੜੇ ਆਪਣੇ NCERT ਮਾਈਕਰੋ ਇਕਨੋਮਿਕ ਦੀ, ਉਹ ਆਪਾਂ ਲੀਵ ਕਰ ਸਕਦੇ, ਤੇ ਬਾਕੀ NCERT ਆਪਣੀਆਂ ਤਿਆਰ ਕਰਨੀਆਂ ਨੇ। ਇੰਡੀਅਨ ਪੋਲਿਟੀ ਦੀ ਗੱਲ ਕਰਦੇ ਹਾਂ ਤਾਂ 3 ਤੋਂ 4 ਕੁਐਸਚਨ ਸਿੱਧਾ ਲక్ష్ਮੀਕਾਂਤ ਚੋਂ ਪੁੱਛੇ ਜਾਂਦੇ ਨੇ, ਸਿੰਪਲ ਸਟੈਟਿਕ ਕੁਐਸਚਨ ਹੁੰਦੇ ਨੇ, ਤਾਂ ਆਪਾਂ ਲక్ష్ਮੀਕਾਂਤ ਚੰਦ ਨਾਲ ਤਿਆਰ ਕਰਨੀ ਹੈ। NCERT ਕਰਨੀ ਹੈ ਪੋਲੀਟੀਕਲ ਸਾਇੰਸ ਦੀ, ਥਿਊਰੀ ਪਾਰਟ ਜਿਹੜੀ 11ਵੀਂ ਦੀ ਆ ਉਹ 'ਚ ਥਿੰਕਰ ਦਿੱਤੇ ਹੋਏ ਨੇ, ਉਹ ਵੀ ਚਾਨਣਾ ਕਰਨਾ। ਤੇ ਵੇਟੇਜ ਆਫ ਕੌਨਸਟੀਟਿਊਸ਼ਨ ਇਜ਼ ਲੈਸਰ ਦੈਨ ਪਾਰਲੀਮੈਂਟ, ਜੁਡੀਸ਼ਰੀ ਤੇ ਐਗਜ਼ੀਕਿਊਟਿਵ ਪਾਰਟ। ਕੌਨਸਟੀਟਿਊਸ਼ਨ ਵਾਲੇ ਪਾਰਟ ਚੋਂ ਘੱਟ ਕੁਐਸਚਨ ਪੁੱਛੇ ਜਾਂਦੇ ਨੇ, ਤੇ ਜ਼ਿਆਦਾ ਕੁਐਸਚਨ ਪਾਰਲੀਮੈਂਟ, ਜੁਡੀਸ਼ਰੀ ਤੇ ਐਗਜ਼ੀਕਿਊਟਿਵ ਵਾਲੇ ਪਾਰਟ ਚੋਂ ਪੁੱਛੇ ਜਾਂਦੇ ਨੇ, ਤਾਂ ਤੁਸੀਂ ਉਹਦੇ ਵੱਲ ਵੱਧ ਧਿਆਨ ਦੇਣਾ। ਜੋਗ੍ਰਾਫੀ ਦੀ ਗੱਲ ਕਰੀਏ ਤਾਂ ਸਲਾਈਟਲੀ ਲੈਸ ਆਸਡ ਹੈ, ਈਜ਼ੀ ਵਨ ਆਉਂਦੇ ਨੇ, ਤੇ ਜ਼ਿਆਦਾ ਫੋਕਸ ਹਿਊਮਨ ਜੋਗ੍ਰਾਫੀ ਤੇ ਉੱਤੇ ਹੈ ਰਾਦਰ ਦੈਨ ਫਿਜ਼ੀਕਲ ਵਨ। ਤੁਸੀਂ ਪਿਛਲੇ ਸਾਲਾਂ ਦੇ ਪੇਪਰ ਚੱਕ ਕੇ ਦੇਖੋਗੇ ਤਾਂ ਹਿਊਮਨ ਜੋਗ੍ਰਾਫੀ ਹੀ ਜ਼ਿਆਦਾਤਰ ਪੁੱਛੀ ਜਾਂਦੀ ਹੈ ਫਿਜ਼ੀਕਲ ਨਾਲੋਂ। ਤਾਂ ਇਹਦੇ ਵਾਸਤੇ 11ਵੀਂ 12ਵੀਂ ਦੀ ਜਿਹੜੀ ਨਵੀਂ NCERT ਨੇ ਉਹ ਇੰਪੋਰਟੈਂਟ ਹੋ ਜਾਂਦੀਆਂ ਨੇ, ਤੇ ਉਹ ਆਪਾਂ ਤਿਆਰ ਕਰਨੀਆਂ ਨੇ। ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਫਿਜ਼ੀਕਲ ਘੱਟ ਪੁੱਛਿਆ ਜਾਂਦਾ ਤੇ ਆਪਾਂ ਉਹ ਤਿਆਰ ਹੀ ਨਹੀਂ ਕਰਨਾ, ਉਹਦੇ ਵਾਸਤੇ ਵੀ ਆਪਾਂ ਪੂਰੀ ਤਿਆਰੀ ਕਰਕੇ ਜਾਣੀ ਹੈ। ਵਰਲਡ ਹਿਸਟਰੀ ਵਾਸਤੇ ਈਵੈਂਟਸ ਹੋ ਗਈਆਂ, ਪਰਸਨੈਲਿਟੀਜ਼ ਤੇ ਕੁਐਸਚਨ ਫਰੋਮ ਐਂਟੀਸਪੇਟਿਡ ਏਰੀਆਜ਼। ਮੰਨ ਲਓ ਕੋਈ ਮੁੱਦਾ ਚੱਲ ਰਿਹਾ ਤਾਂ ਉਹਦਾ ਐਂਟੀਸਪੇਟਿਡ ਏਰੀਆ। ਤੇ ਹੁਣ ਵਰਲਡ ਹਿਸਟਰੀ ਕਿੱਥੋਂ ਤਿਆਰ ਕਰਨੀ, ਇੱਕ ਤਾਂ ਜਿਹੜੀ ਆਪਣੀ ਅਰਜਨ ਦੇਵ ਜਿਹੜੀ ਪੁਰਾਣੀ NCERT ਆ, ਓਲਡ NCERT ਵਰਲਡ ਹਿਸਟਰੀ ਦੀ, ਉਹ ਆਪਾਂ ਕਰਨੀ ਹੈ, ਤੇ ਉਹਦੇ ਨਾਲ ਜਿਹੜੀ ਨਿਊ NCERT ਆ ਵਰਲਡ ਹਿਸਟਰੀ ਦੀ। ਇਹ ਦੋ ਮੁੱਦੇ ਕਰਨੇ, ਦੋ ਚੀਜ਼ਾਂ ਕਰਨੀਆਂ ਨੇ ਆਪਾਂ ਵਰਲਡ ਹਿਸਟਰੀ ਵਾਸਤੇ। ਤੇ ਪੰਜਾਬ GK ਦੀ ਜੇ ਆਪਾਂ ਗੱਲ ਕਰੀਏ ਤਾਂ ਸਾਡਾ ਪੰਜਾਬ ਜਿਹੜੀ ਬੁੱਕ ਹੈ ਕਾਫੀ ਵਧੀਆ ਸੋਰਸ ਹੈ ਪੂਰਾ ਤਿਆਰ ਕਰਨ ਦਾ, ਉਹ ਆਪਾਂ ਤਿਆਰ ਕਰ ਸਕਦੇ ਹਾਂ। ਉਸ ਤੋਂ ਇਲਾਵਾ ਜੋ ਸਾਡਾ ਪੰਜਾਬ 'ਚ ਨਹੀਂ ਹੈਗਾ, ਬਜਟ, ਇਕਨੋਮਿਕ ਸਰਵੇ, ਪਰਸਨੈਲਿਟੀ ਉਸ ਟਾਈਮ ਦੀ ਜਿਹੜੀ ਨਵੀਂ ਸਕੀਮਾਂ ਪਾਲਿਸੀਆਂ ਨੇ, ਕੋਟਸ, ਇੰਪੋਰਟੈਂਟ ਬੁੱਕਸ ਤੇ ਅਵਾਰਡ ਜਿਹੜੇ ਉਸ ਟਾਈਮ 'ਚ ਕਿਸੇ ਵੀ ਪੰਜਾਬੀ ਬੰਦੇ ਨੂੰ ਮਿਲੇ ਨੇ ਜਾਂ ਮੁੱਦੇ 'ਚ ਹੈਗੇ ਨੇ, ਤਾਂ ਉਹ ਆਪਾਂ ਤਿਆਰ ਕਰਨੇ ਨੇ। ਇਹ ਗੱਲ ਹੋ ਗਈ ਪੰਜਾਬ GK ਦੀ। ਉਸ ਤੋਂ ਬਾਅਦ ਇਨਵਾਇਰਮੈਂਟ ਦੀ ਜੇ ਗੱਲ ਕਰੀਏ, ਇਹ ਵੀ ਸਿੰਪਲ ਆਉਂਦਾ, ਪ੍ਰੋਬੇਬਲ ਏਰੀਆਜ਼ 'ਚੋਂ ਆਊਗਾ, ਮੋਸਟਲੀ ਕਰੰਟ ਅਫੇਅਰ 'ਚੋਂ ਆਊਗਾ। ਜਿਵੇਂ ਪਿਛਲੀ ਵਾਰ ਕੁਐਸਚਨ ਆਇਆ ਸੀ ਕਿ ਕੋਈ ਵੀ ਜਿਹੜੀ ਵੀ ਪ੍ਰਜਾਤੀ ਕ੍ਰਿਟੀਕਲੀ ਐਂਡੇਂਜਰਡ ਹੈ ਤਾਂ ਉਹਦਾ ਕਿੰਨੇ ਨੰਬਰ ਤੋਂ, ਜੇ ਉਹ ਇੰਨੇ ਨੰਬਰ ਤੋਂ ਘੱਟ ਜਾਵੇ ਤਾਂ ਉਹ ਕਿੰਨੇ ਨੰਬਰ ਤੋਂ ਬਾਅਦ ਉਹ ਕ੍ਰਿਟੀਕਲ ਐਂਡੇਂਜਰਡ ਘੋਸ਼ਿਤ ਕਰ ਦਿੱਤੀ ਜਾਂਦੀ ਹੈ, ਤਾਂ ਉਹਦਾ ਆਨਸਰ ਸੀਗਾ 100। ਤਾਂ ਇਹ ਐਸਾ ਦੇਖੋ ਕਿੰਨਾ ਹੀ ਸਿੰਪਲ ਕੁਐਸਚਨ ਹੈ, ਪਰ ਜੇ ਨਹੀਂ ਆਉਂਦਾ ਤਾਂ ਉੱਥੇ ਜ਼ੋਰ ਲਾ ਲਓ, ਉਹ ਨਹੀਂ, ਤੁਹਾਨੂੰ ਉਹ ਚੀਜ਼ ਨਹੀਂ ਤੁਸੀਂ ਸਹੀ ਕਰ ਸਕਦੇ, ਤੁੱਕਾ ਲਾਇਓ ਵੱਖਰੀ ਗੱਲ। ਤਾਂ ਇਹ ਹੋ ਗਈ। ਤਾਂ ਇਨਵਾਇਰਮੈਂਟ ਵਾਸਤੇ ਵੀ ਆਪਾਂ NCERT ਕਰਨੀ ਹੈ। 12ਵੀਂ ਦੀ ਬਾਇਓਲੋਜੀ ਦੀ ਕਿਤਾਬ ਹੈ, ਉਹਦੇ 'ਚ ਲਾਸਟ ਪਾਰਟ 'ਚ ਇਨਵਾਇਰਮੈਂਟ ਦਿੱਤਾ, ਇੱਕ ਤਾਂ ਉਹ ਆਪਾਂ ਉਹ ਕਰਨਾ, ਤੇ ਕਰੰਟ ਜਿਹੜਾ ਵੀ ਇਨਵਾਇਰਮੈਂਟ ਦਾ ਆਪਾਂ ਕਰੰਟ ਅਫੇਅਰ 'ਚੋਂ ਕਰਨਾ ਇਨਵਾਇਰਮੈਂਟ ਦਾ ਪਾਰਟ। ਪੋਲੀਟੀਕਲ ਥਿੰਕਰ ਦੀ ਜੇ ਗੱਲ ਕਰੀਏ, ਜਿੰਨੇ ਵੀ ਪੋਲੀਟੀਕਲ ਥਿੰਕਰ ਪੁੱਛੇ ਜਾਂਦੇ ਨੇ, ਜਾਂ ਤਾਂ ਐਸਟੈਬਲਿਸ਼ਡ ਥਿੰਕਰ ਨੇ ਜਾਂ ਫਿਰ ਫੇਮਸ ਥਿੰਕਰ, ਜਿਹੜੇ ਵੀ ਆਪਾਂ ਰੋਜ਼ ਦੇ ਜ਼ਿੰਦਗੀ 'ਚ ਦੇਖਦੇ ਹਾਂ, ਉਹ ਤਿਆਰ ਕਰਨੇ ਨੇ। ਤੇ ਉਸ ਤੋਂ ਬਾਅਦ ਜਿਹੜੀ NCERT ਤੁਹਾਨੂੰ ਦੱਸੀ ਹੈ ਪੋਲੀਟੀਕਲ ਸਾਇੰਸ ਦੀ 11ਵੀਂ ਦੀ ਹੈ, ਉਹ ਆਪਾਂ ਤਿਆਰ ਕਰਨੀ ਹੈ ਪੋਲੀਟੀਕਲ ਥਿੰਕਰਸ ਵਾਸਤੇ। ਤੇ ਕਰੰਟ ਅਫੇਅਰ ਦੀ ਗੱਲ ਕਰੀਏ, ਮਿਕਸਡ ਆਫ ਆਲ ਦਾ ਸਬਜੈਕਟ, ਜਿਹੜਾ ਵੀ ਤੁਸੀਂ ਸੋਰਸ ਫੋਲੋ ਕਰ ਰਹੇ ਹੋ ਉਹ ਆਪਾਂ ਕਰ ਸਕਦੇ ਹਾਂ ਕਰੰਟ ਅਫੇਅਰਸ ਉਹਦੇ ਵਾਸਤੇ। ਪੰਜਾਬ ਕੰਪੋਨੈਂਟ ਜਿਵੇਂ ਉੱਪਰ ਤੁਹਾਨੂੰ ਦੱਸਿਆ, ਸਾਡਾ ਪੰਜਾਬ ਜਿਨ੍ਹਾਂ ਦੇ ਰਾਈਟਰ ਮਨੀਸ਼ ਜਿੰਦਲ ਜੀ ਨੇ, ਉਹ ਆਪਾਂ ਯੂਜ਼ ਕਰ ਸਕਦੇ ਹਾਂ। CSAT ਦੀ ਹੁਣ ਗੱਲ ਕਰਦੇ ਹਾਂ। ਦੇਖੋ ਤੁਸੀਂ CSAT ਤਿਆਰ ਕਰਨ ਲੱਗੇ, ਜਿਹੜਾ ਵੀ ਟੌਪਿਕ ਤਿਆਰ ਕਰਨਾ, ਪਹਿਲੇ ਪ੍ਰੀਵੀਅਸ ਈਅਰ ਪੇਪਰ ਚੱਕ ਕੇ ਜਿਹੜੀ ਚੀਜ਼ਾਂ ਪੁੱਛੀਆਂ ਗਈਆਂ ਨੇ, ਸਭ ਤੋਂ ਪਹਿਲੇ ਪ੍ਰਾਇੋਰਟੀ ਏਰੀਆ ਤਿਆਰ ਕਰਨੇ ਨੇ। ਇਹ ਨਹੀਂ ਹੈ ਕਿ ਤੁਸੀਂ ਨਿਊਮੈਰੀਕਲ ਐਬਿਲਿਟੀ ਤਿਆਰ ਕਰਨ ਲੱਗੇ ਤਾਂ ਸਾਰੇ ਟੌਪਿਕ ਤਿਆਰ ਕਰ ਲਏ ਜਿਹੜੇ ਕਿ ਪੁੱਛੇ ਵੀ ਨਹੀਂ ਜਾ ਰਹੇ। ਟਾਈਮ ਘੱਟ ਹੈ, ਸਿਰਫ ਉਹ ਚੀਜ਼ਾਂ ਪਹਿਲੇ ਤਿਆਰ ਕਰਨੀਆਂ ਨੇ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਪ੍ਰਾਇੋਰਟੀ ਹੈ, ਜਿਹੜੇ ਪੁੱਛੇ ਜਾ ਰਹੇ ਨੇ ਉਹੀ ਟੌਪਿਕ ਸਭ ਤੋਂ ਪਹਿਲੇ ਤਿਆਰ ਕਰਨੇ ਨੇ ਆਪਾਂ। ਤਾਂ ਪੰਜਾਬੀ ਦੇ ਵਿੱਚ ਜਿਵੇਂ ਮੁਹਾਵਰੇ, ਅਖਾਣ ਹੋ ਗਏ, ਸ਼ੁੱਧ ਕਰੋ ਪੰਜਾਬੀ ਵਿਆਕਰਣ, ਇਹਦੇ ਵਾਸਤੇ ਕੋਈ ਵੀ ਪੰਜਾਬੀ ਗ੍ਰਾਮਰ ਬੁੱਕ ਚੱਕ ਲਓ, CBSE ਦੀ ਚੱਕ ਲਓ, PSEB ਦੀ ਚੱਕ ਲਓ, ਉਹ ਤੋਂ ਹੋ ਜਾਊਗਾ। ਰੀਜ਼ਨਿੰਗ ਤੇ ਕੁਆਂਟ ਵਾਸਤੇ RS ਅਗਰਵਾਲ ਜਿਹੜਾ ਆਪਣਾ ਬੇਸਿਕ ਸਾਰਿਆਂ ਵੱਲੋਂ ਮੰਨਿਆ ਗਿਆ ਸੋਰਸ ਹੈ। ਤੇ ਅੰਗਰੇਜ਼ੀ ਦੇਖੋ, ਹੁਣ ਇੱਥੇ ਡੋਂਟ ਨੋ ਲਿਖਿਆ ਹੋਇਆ, ਇਹਦਾ ਵੀ ਕਾਰਨ ਹੈ, ਜਿਹੋ ਜਿਹੀ ਇੰਗਲਿਸ਼ ਪੁੱਛੀ ਜਾਂਦੀ ਹੈ ਆਪਣੇ ਪੇਪਰ 'ਚ, ਜੇ ਤੁਸੀਂ ਬੇਸਿਕ ਤੁਹਾਡਾ ਹੱਥ ਐਵਰੇਜ ਵੀ ਹੈ ਇੰਗਲਿਸ਼ 'ਚ ਤਾਂ ਤੁਸੀਂ ਆਰਾਮ ਨਾਲ ਕਰ ਲਓਗੇ। ਐਸੇ ਤੁਹਾਨੂੰ ਇਹ ਤਿਆਰ ਕਰਨ ਦੀ ਲੋੜ ਹੀ ਨਹੀਂ ਪੈਣੀ ਜੇ ਤੁਹਾਡੀ ਇੰਗਲਿਸ਼ ਬੇਸਿਕ ਵੀ ਹੈ, ਐਵਰੇਜ ਹੈਗੀ ਹੈ ਤਾਂ ਤੁਸੀਂ ਤਿਆਰ ਕਰ ਲਓਗੇ। ਤਾਂ ਹੁਣ ਤੁਹਾਡੇ ਉੱਤੇ ਹੈ ਕਿ ਤੁਹਾਡੀ ਇੰਗਲਿਸ਼ ਦਾ ਲੈਵਲ ਕੀ ਹੈ, ਇਹ ਤੁਹਾਨੂੰ ਉਦੋਂ ਪਤਾ ਲੱਗੂਗਾ ਜਦੋਂ ਤੁਸੀਂ ਪਿਛਲੇ ਸਾਲਾਂ ਦੇ ਪੇਪਰ ਕਰੋਗੇ। ਤਾਂ ਇਹ ਗੱਲ ਹੋ ਗਈ ਇੰਗਲਿਸ਼ ਦੀ।
ਇਨ ਕੇਸ ਤੁਹਾਡੀ ਇੰਗਲਿਸ਼ ਵੀਕ ਹੈ ਤਾਂ ਉਹਦੇ ਵਾਸਤੇ ਵੀ ਤੁਹਾਨੂੰ ਕੋਈ ਬੇਸਿਕ ਸੋਰਸ ਚੱਕਣਾ ਪੈਣਾ ਇੰਗਲਿਸ਼ ਨੂੰ ਕੰਪਲੀਟ ਕਰਨ ਵਾਸਤੇ। ਹੁਣ ਇੰਗਲਿਸ਼ 'ਚ ਜਿਹੜੇ ਸਾਈਨੋਨਿਮ ਐਂਟੋਨਿਮ ਆਉਂਦੇ ਨੇ ਤਾਂ ਉਹਨੂੰ ਤੁਸੀਂ ਛੱਡ ਕੇ ਵੀ ਜਾ ਸਕਦੇ ਹੋ, ਉੱਥੇ ਤੁੱਕਾ ਲਾਇਓ ਕਿ ਜੇ ਆ ਗਿਆ ਤਾਂ ਠੀਕ ਹੈ, ਜੇ ਨਹੀਂ ਆਇਆ ਤਾਂ ਕੋਈ ਗੱਲ ਨਹੀਂ। ਜਿਹੜੇ ਬੇਸਿਕ ਪੈਰਾਗ੍ਰਾਫਸ ਹੁੰਦੇ ਨੇ ਉਹ ਐਸ ਐਚ ਕਾਫੀ ਸਿੰਪਲ ਹੁੰਦੇ ਨੇ ਅਤੇ ਉਹ ਤੁਸੀਂ ਕਰ ਲਓਗੇ ਵਿਦ ਦਾ ਬੇਸਿਕ ਅੰਡਰਸਟੈਂਡਿੰਗ ਆਫ ਇੰਗਲਿਸ਼ ਲੈਂਗੁਏਜ। ਹੁਣ ਉਹ ਦੋ ਵਰਡ ਮੀਨਿੰਗ ਪਿੱਛੇ ਜੇ ਤੁਸੀਂ ਇੰਗਲਿਸ਼ ਦੀ ਤਿਆਰੀ ਕਰਨ ਲੱਗ ਗਏ ਤਾਂ ਉਹ ਵਰਥ ਇਟ ਨਹੀਂ ਹੈਗਾ। ਤਾਂ ਇਹ ਤੁਸੀਂ ਆਪਣੇ ਸਿਲੇਬਸ ਦੇ ਹਿਸਾਬ ਨਾਲ ਪੂਰੀ ਦੇਖਣਾ, ਸਿਲੇਬਸ ਕਹਿ ਗਿਆ, ਪੇਪਰ ਦੇ ਹਿਸਾਬ ਨਾਲ ਤੁਸੀਂ ਦੇਖਣਾ ਕਿ ਤੁਹਾਡਾ ਕਿੰਨਾ ਹੱਥ ਪੈ ਰਿਹਾ। ਮੈਂ ਇਹ ਸਟ੍ਰੈਟੇਜੀ ਪੂਰੀ ਉਸ ਹਿਸਾਬ ਨਾਲ ਦੱਸ ਰਿਹਾ ਕਿ ਅਗਲੇ 70 ਤੋਂ 80 ਦਿਨਾਂ ਦੇ ਵਿੱਚ ਤੁਸੀਂ ਦੋਨੋਂ ਪੇਪਰ ਤਿਆਰ ਕਰਨੇ ਨੇ, ਪ੍ਰੈਕਟਿਸ ਵੀ ਕਰਨੀ ਹੈ ਅਤੇ ਨਾਲ ਰਿਵੀਜ਼ਨ ਵੀ ਕਰਨੀ ਹੈ। ਇਹ ਕੋਈ ਹਵਾਈ ਟੁੱਲ ਨਹੀਂ ਹੈਗੇ ਕਿ ਆਹ ਵੀ ਕਰ ਲਓ ਉਹ ਵੀ ਕਰ ਲਓ, ਇਹ ਐਜ਼ ਸੱਚ ਗਰਾਊਂਡ ਰਿਐਲਿਟੀ ਹੈ ਜਿਸ ਹਿਸਾਬ ਨਾਲ ਤੁਹਾਡੀ ਤਿਆਰੀ ਹੋ ਸਕਦੀ ਹੈ। ਤਾਂ ਅੱਗੇ ਤਿਆਰ ਕਰੀ, ਇਹ ਤਾਂ ਗੱਲ ਹੋ ਗਈ ਜੇ ਤੁਸੀਂ ਆਪ ਸਾਰੀ ਤਿਆਰੀ ਕਰਨੀ ਹੈ। ਅੱਗੇ ਆਪਣੇ ਜੇ ਕੋਰਸਿਸ ਬਾਰੇ ਗੱਲ ਕਰੀਏ, ਇੱਕ ਤਾਂ ਜੇ ਤੁਸੀਂ ਆਪ ਤਿਆਰੀ ਕਰਦੇ ਹੋ ਤਾਂ ਐਸੇ ਤੁਹਾਨੂੰ ਪਤਾ ਹੀ ਹੈ ਕਿ ਥੋੜ੍ਹਾ ਟਾਈਮ ਵੱਧ ਲੱਗਦਾ, ਪਰ ਇਹ 'ਚ ਉਹ ਮੁੱਦਾ ਨਹੀਂ ਹੈਗਾ ਕਿ ਆਪ ਤਿਆਰੀ ਕਰਦੇ ਹੋ ਤਾਂ ਉਹ ਵਧੀਆ ਨਹੀਂ ਹੋਊਗੀ। ਬਸ ਇਹ ਕੋਰਸਿਸ 'ਚ ਇਹ ਹੈ ਕਿ ਇਹ 'ਚ ਸਾਰਾ ਤੁਹਾਨੂੰ ਰੈਡੀਮੇਡ ਮਟੀਰੀਅਲ ਮਿਲ ਜੂਗਾ ਕਿ ਜੋ ਵੀ ਤੁਸੀਂ ਤਿਆਰ ਕਰਨਾ ਤੁਸੀਂ ਕਲਿੱਕ ਕਰਨਾ, ਉੱਥੇ ਲੈਕਚਰ ਪਏ ਹੋਣਗੇ, ਕੋਈ ਵੀ ਮੁੱਦਾ ਕਰਨਾ, ਪੰਜਾਬ ਸਪੈਸੀਫਿਕ ਜੀਕੇ ਕਰਨੀ ਹੈ ਤਾਂ ਉਹਦੇ ਪੂਰੇ ਮੋਡਿਊਲ ਬਣੇ ਹੋਏ ਨੇ, ਪੰਜਾਬ ਦੇ ਕਰੰਟ ਅਫੇਅਰ ਕਰਨੇ ਨੇ ਤਾਂ ਉਹਦੇ ਨੇ, ਜਨਰਲ ਸਟੱਡੀਜ਼ ਕਰਨੀ ਹੈ ਤਾਂ ਉਹਦੇ ਪੂਰੇ ਲੈਕਚਰ ਪਏ ਨੇ, ਸੀ ਸੈਟ ਇਕੱਲਾ ਕਰਨਾ, ਸੀ ਸੈਟ ਦੇ ਵਿੱਚ ਕੋਈ ਵੀ ਉਹ ਕਰਨਾ, ਨਿਊਮੈਰੀਕਲ ਐਬਿਲਿਟੀ 'ਚੋਂ ਮੰਨ ਲਓ ਤੁਸੀਂ ਰੇਸ਼ੋ ਐਂਡ ਪ੍ਰਪੋਰਸ਼ਨ ਕਰਨਾ ਤਾਂ ਉਹਦਾ ਪੂਰਾ ਲੈਕਚਰ ਬਣਿਆ ਹੋਇਆ। ਤਾਂ ਤੁਹਾਨੂੰ ਬਹੁਤੀ ਜਗ੍ਹਾ ਹੱਥ ਪੈਰ ਮਾਰਨ ਦੀ ਲੋੜ ਨਹੀਂ ਪਊਗੀ। ਅਗਲੇ 70-80 ਦਿਨਾਂ ਦੇ ਹਿਸਾਬ ਨਾਲ ਤੁਹਾਡਾ ਟਾਈਮ ਬਹੁਤ ਬਚ ਜੂਗਾ। ਅਤੇ ਇਹੀ ਕਾਰਨ ਹੈ ਕਿ ਅਸੀਂ ਜਿਹੜੇ ਇਸ ਸਾਰੇ ਕੋਰਸਿਸ ਦੇ ਪ੍ਰਾਈਸ ਨੇ ਉਹਨੂੰ ਸਲੈਸ਼ ਕਰਕੇ ਆਲਮੋਸਟ ਅੱਧੇ ਕਰਤੇ ਨੇ, ਤਾਂ ਕਿ ਜਿਹੜੇ ਬੱਚੇ ਹੁਣ ਘੱਟ ਤਿਆਰੀ 'ਚ ਵੀ ਕਰਨਾ ਚਾਹਣ ਤਾਂ ਉਹ ਕਰ ਸਕਦੇ ਨੇ, ਕਿ ਇਕਨੋਮਿਕਲੀ ਉਹ ਪਿੱਛੇ ਨਾ ਰਹਿ ਜਾਣ ਕਿ ਪੈਸਾ ਘੱਟ ਸੀ ਤਾਂ ਕਰਕੇ ਉਹ ਇਹ ਕੋਰਸ ਲੈ ਨਹੀਂ ਸਕੇ। ਕਾਫੀ ਵੱਖਰੇ ਤਰ੍ਹਾਂ ਦੇ ਕੰਬੀਨੇਸ਼ਨ ਨੇ, ਜਿਵੇਂ ਤੁਸੀਂ ਪੰਜਾਬ PCS ਦੇ ਵਿੱਚ ਜਨਰਲ ਸਟੱਡੀ ਅਤੇ ਸੀ ਸੈਟ ਦਾ ਪੂਰੇ ਟੈਸਟ ਸੀਰੀਜ਼ ਲੈਣੀ ਹੈ ਤਾਂ ਉਹ 1500 ਦੀ ਹੈ, ਜਿਹੜੀ ਕਿ ਪਹਿਲੇ 2200 ਦੀ ਸੀਗੀ। ਪੰਜਾਬ PCS ਸਪੈਸੀਫਿਕ ਕੰਪੋਨੈਂਟ ਦੀ ਜੇ ਗੱਲ ਕਰੀਏ ਤਾਂ ਉਹ 2000 ਦਾ। ਇਹ 'ਚ ਪੂਰਾ ਜਿਹੜੇ ਵੀ PCS 'ਚ ਪੰਜਾਬ ਦੇ ਕੰਪੋਨੈਂਟ ਆਉਂਦੇ ਨੇ, ਜਿਵੇਂ ਕਿ ਇਕੋਨਮੀ ਆਫ ਪੰਜਾਬ, ਪੋਲਿਟੀ ਆਫ ਪੰਜਾਬ, ਬਜਟ, ਇਕਨੋਮਿਕ ਸਰਵੇ, ਉਸ ਤੋਂ ਬਾਅਦ ਡਿਸਟ੍ਰਿਕਟਾਂ ਆ ਗਈਆਂ ਆਪਣੀਆਂ, ਇਹ ਸਾਰੇ ਆਪਣੇ ਮੁੱਦੇ ਕਵਰਡ ਨੇ। ਪੰਜਾਬ ਦੇ ਵਿੱਚ ਸਿਰਫ ਪੰਜਾਬੀ ਮੋਡਿਊਲ 1000 ਰੁਪਏ ਦਾ, ਪੰਜਾਬੀ PCS ਜੇ ਸੀ ਸੈਟ ਇਕੱਲਾ ਕਰਨਾ ਉਹਦਾ ਆਪਣਾ ਵੱਖਰਾ ਮੋਡਿਊਲ ਹੈ। ਤਾਂ ਇਹ ਤੁਸੀਂ ਦੇਖ ਸਕਦੇ ਹੋ, ਇਹਨਾਂ 'ਚ ਕੋਈ ਵੀ ਤੁਸੀਂ ਕਰਨਾ ਚਾਹੋ ਤਾਂ ਤੁਸੀਂ ਐਨਰੋਲ ਕਰ ਸਕਦੇ ਹੋ ਵੈਬਸਾਈਟ 'ਤੇ ਜਾ ਕੇ। ਪਰ ਉੱਪਰ ਜਿਹੜੀ ਮੈਂ ਤੁਹਾਨੂੰ ਸਟ੍ਰੈਟੇਜੀ ਸਮਝਾਈ ਹੈ, ਜੇ ਤੁਸੀਂ ਪੇਪਰ ਚੱਕੋਗੇ ਪ੍ਰੀਵੀਅਸ ਈਅਰ ਅਤੇ ਉਹਨਾਂ ਨਾਲ ਤਿਆਰੀ ਸ਼ੁਰੂ ਕਰਨ ਲੱਗੋਗੇ, ਮੰਨ ਲਓ ਤੁਸੀਂ ਇਹ ਕੋਰਸ ਵੀ ਲੈ ਲੈਣਾ 'ਚੋਂ ਕੋਈ, ਪਰ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਕੋਰਸ ਲਿੱਤਾ ਅਤੇ ਐਸ ਸੱਚ ਪਹਿਲੀ ਵੀਡੀਓ ਤੋਂ ਲੈ ਕੇ ਅਖੀਰਲੀ ਵੀਡੀਓ ਤੱਕ ਕਰਨ ਲੱਗ ਗਏ। ਤੁਸੀਂ ਕਰਨਾ ਉਹੀ ਹੈ ਕਿ ਪਹਿਲੇ ਪ੍ਰੀਵੀਅਸ ਈਅਰ ਪੇਪਰ ਚੱਕਣੇ ਨੇ, ਉਹਨਾਂ 'ਚੋਂ ਸਾਰਾ ਦੇਖਣਾ ਕਿ ਕਿਵੇਂ ਉਹ ਚੀਜ਼ ਹੈ, ਕਿ ਮੈਨੂੰ ਕਿੱਥੇ ਕਮੀ ਹੈ, ਕੀ ਮੈਨੂੰ ਕਰਨਾ ਚਾਹੀਦਾ, ਕਿਹੜੀ ਚੀਜ਼ 'ਚ ਹੱਥ ਮੇਰਾ ਠੀਕ ਹੈ। ਹੁਣ ਉਹ ਟਾਈਮ ਨਹੀਂ ਹੈਗਾ ਉਹ ਚੀਜ਼ ਕਰਨ ਦਾ, ਅਤੇ ਜਿੱਥੇ ਮੇਰੀ ਕਮੀ ਹੈ ਬਸ ਉਹੀ ਉਸ ਚੀਜ਼ ਨੂੰ ਹੋਰ ਇੰਪਰੂਵਮੈਂਟ ਵਾਸਤੇ ਉਹ ਕਰੂੰਗਾ। ਐਸ ਸੱਚ ਟਾਈਮ ਨੂੰ ਬਹੁਤ ਹੀ ਜੁਡੀਸ਼ਲੀ ਤੁਸੀਂ ਯੂਜ਼ ਕਰਨਾ, ਤਾਂ ਹੀ ਤੁਹਾਡਾ ਇਹ ਅਗਲੇ 70-80 ਦਿਨ ਸਹੀ ਜਗ੍ਹਾ ਲੱਗਣਗੇ। ਤਾਂ ਇਹ ਸੀਗਾ ਆਪਣੀ PCS ਦੀ ਪੂਰੀ ਸਟ੍ਰੈਟੇਜੀ। ਇਨ ਕੇਸ ਤੁਹਾਨੂੰ ਕੋਈ ਡਾਊਟ ਹੋਵੇ, ਕੋਈ ਚੀਜ਼ ਨਾ ਸਮਝ ਆਈ ਹੋਵੇ, ਕੋਈ ਕੋਰਸ ਦੇ ਰਿਗਾਰਡਿੰਗ ਕੋਈ ਡਾਊਟ ਹੋਵੇ ਤਾਂ ਸਾਨੂੰ ਮੇਲ ਕਰੋ, ਅਸੀਂ ਜਲਦੀ ਤੋਂ ਜਲਦੀ ਤੁਹਾਡਾ ਰਿਪਲਾਈ ਕਰਾਂਗੇ। ਥੈਂਕ ਯੂ ਸੋ ਮਚ।